ਅੱਜ ਉਹ ਚਰਚਾ ਜਿਹੜੀ ਸੀ ਬੰਦ ਕਰਨ ਵਾਸਤੇ ਲਿਫਾਫਾ ਕਲਚਰ ਜਿਹੜਾ ਸੀ ਉਹ ਖੁੱਲ੍ਹ ਗਿਆ। ਜੋ ਲਿਫਾਫਾ ਸੀ ਅੱਜ ਪਹਿਲੇ ਦਿਨ ਖੁੱਲ੍ਹ ਗਿਆ। ਅਕਸਰ ਅਕਾਲੀ ਦਲ ਦੇ ਕੁਝ ਆਗੂ ਕਹਿੰਦੇ ਹੈ ਕਿ ਇਸੇ ਲਿਫਾਫਾ ਕਲਚਰ ਰਾਹੀਂ ਹੀ ਬੀਬੀ ਜਗੀਰ ਕੌਰ ਪ੍ਰਧਾਨ ਬਣਦੇ ਰਹੇ ਹੈ। ਪ੍ਰਧਾਨ ਸਾਹਿਬ ਸਵੇਰ ਨੂੰ 1 ਵਜੇ ਇੱਕ ਨਾਂ ਲਿਖ ਕੇ ਭੇਜ ਦਿੰਦੇ ਸੀ, ਜਿਹਦਾ ਹਾਊਸ ਵਿੱਚ ਹੀ ਪਤਾ ਲੱਗਦਾ ਸੀ, ਇਹ ਕੋਈ ਝੂਠ ਨਹੀਂ। ਬਾਦਲ ਸਾਹਿਬ ਸਾਰੀ ਰਿਪੋਰਟ ਦਫ਼ਤਰ ਵਿੱਚ ਪ੍ਰਾਪਤ ਕਰਕੇ ਕਿ 80 ਤੋਂ ਵੱਧ ਮੈਂਬਰ ਜਿਹੜੇ ਇਸ ਵੇਲੇ ਉਹਨਾਂ ਦੀ ਰਿਪੋਰਟ ਵਿੱਚ ਹੀ ਮੇਰੇ ਨਾਲ ਲਿਖੇ ਹੋਏ ਹੈ। ਪਰ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਸਾਰੇ ਲੀਡਰ ਜਿਹੜੇ ਹੈ ਉਹ ਉਹੀ ਕੁਝ ਚਾਹੁੰਦੇ ਹੈ ਜੋ ਮੈਂ ਚਾਹ ਰਹੀ ਹਾਂ, ਇਹ 'ਚ ਕੋਈ ਸ਼ੱਕ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵਿਸ਼ਵਾਸ ਸਿੱਖਾਂ ਦਾ ਜਿਹੜਾ ਦੂਰ ਹੁੰਦਾ ਜਾ ਰਿਹਾ, ਗੁਆਚੀ ਜਾ ਰਿਹਾ, ਉਹ ਉਨੀ ਚਿਰ ਤੱਕ ਤਕੜਾ ਨਹੀਂ ਹੋ ਸਕਦਾ। ਪਾਰਟੀ ਦੇ ਅੰਦਰ ਇਸ ਮੁੱਦੇ ਤੇ ਵੀ ਸਵਾਲ ਉੱਠ ਰਿਹਾ ਕਿ ਜਿਹੜੀ ਲੀਡਰਸ਼ਿਪ ਹਾਸ਼ੀਏ ਤੇ ਚਲੀ ਗਈ ਹੈ, ਕਿਉਂ ਨਾ ਉਹਦੇ ਤਬਦੀਲੀ ਲਿਆਂਦੀ ਜਾਵੇ, ਤੇ ਫਿਰ ਤਬਦੀਲੀ ਕਿਉਂ ਨਹੀਂ ਆ ਰਹੀ? ਹੁਣ ਕਿਹੜੀ ਕੋਰ ਕਮੇਟੀ ਹੈ ਜਿਹਨੇ ਮੇਰਾ ਫੈਸਲਾ ਕੀਤਾ? ਦੋ ਕੁ ਜਣੇ ਜਿਹੜੇ ਸੀ ਜਿਹੜੇ ਚਾਹੁੰਦੇ ਨਹੀਂ ਕਿ ਬੀਬੀ ਜਗੀਰ ਕੌਰ ਉੱਥੇ ਲਾਗੇ ਕੁਰਸੀ ਤੇ ਬੈਠ ਸਕੇ। ਹੋ ਸਕਦਾ ਬਾਦਲ ਸਾਹਿਬ ਨਾ ਕਰਦੇ, ਪਰ ਉਹਨੂੰ ਮਜਬੂਰ ਕੀਤਾ ਗਿਆ ਆਲੇ ਦੁਆਲੇ ਗਲਵਾ ਪਾ ਕੇ ਕਿ ਇਹ ਤੈਨੂੰ ਪਤਾ ਨਹੀਂ ਕੀ ਖਤਰਾ ਹੈ। ਮੈਂ ਇਹੀ ਗੱਲ ਪੁੱਛੀ ਗਈ ਹੈ ਪ੍ਰਧਾਨ ਜੀ ਨੂੰ ਕਿ ਕੀ ਤੈਨੂੰ ਮੇਰੇ 'ਚ ਵਿਸ਼ਵਾਸ ਹੈਗਾ ਕਿ ਨਹੀਂ ਹੈਗਾ? ਬਸ ਜੇ ਵਿਸ਼ਵਾਸ ਨਹੀਂ ਜਿੱਥੇ ਹੋਵੇ ਉੱਥੇ ਰਹਿਣ ਦਾ ਕੋਈ ਫਾਇਦਾ ਨਹੀਂ। ਅਕਾਲੀ ਦਲ ਨੇ ਜੋ ਐਕਸ਼ਨ ਲਿਆ ਹੈ ਜਾਂ ਜਿਸ ਢੰਗ ਨਾਲ ਆਪਾਂ ਨੂੰ ਪਾਸੇ ਕੀਤਾ ਹੈ, ਪਾਰਟੀ ਨੇ ਬਹੁਤ ਵੱਡਾ ਆਪਾਂ ਕਹੀਏ ਕਿ ਬੇਵਿਸ਼ਵਾਸੀ ਕਹਿ ਲਈਏ ਜਾਂ ਦਗਾ ਕੀਤਾ ਤੁਹਾਡੇ ਨਾਲ। ਛੱਜ ਤੇ ਬੋਲੇ ਛਾਣ ਨਹੀਂ ਕਿ ਬੋਲੇ, ਗੱਲ ਦੱਸੋ ਭਾਜਪਾ ਨੇ ਸਾਂਝ ਕਿੰਨੀ ਪਾਈ ਸੀ? ਭਾਜਪਾ ਦੇ ਹੁਣੇ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਨੇ ਵੋਟਾਂ ਕਿੰਨੇ ਪਾਈਆਂ? ਭਾਜਪਾ ਦੇ ਵਿੱਚ ਮਨਿਸਟਰੀਆਂ ਕਿਹਨਾਂ ਨੇ ਕੀਤੀਆਂ? ਕੋਈ ਕਹਿੰਦੇ ਖੱਟਰ ਨਾਲ ਮਿਲਿਆ, ਕੋਈ ਕਹਿੰਦੇ ਭਾਜਪਾ ਨਾਲ ਮਿਲਿਆ। ਇਹ ਸਾਰੇ ਉਹ ਲੋਕ ਹੈ ਜਿਹੜੇ ਭਾਜਪਾ ਦੇ ਕਹਿ ਦੇ ਉੱਤੇ ਬੀਬੀ ਦੀ ਹਮਾਇਤ ਕਰ ਰਹੇ। ਕਦੀ ਜ਼ਿੰਦਗੀ 'ਚ ਟੈਲੀਫੋਨ ਤੇ ਗੱਲ ਨਹੀਂ ਕੀਤੀ, ਕਦੀ ਜ਼ਿੰਦਗੀ 'ਚ ਮਿਲੀ ਨਹੀਂ, ਕਦੀ ਉਹਨਾਂ ਨਾਲ ਮੇਰੀ ਮੁਲਾਕਾਤ ਨਹੀਂ ਹੋਈ। ਇੱਕ ਜਗੀਰ ਕੌਰ ਹੈ ਸਭ ਤੋਂ ਵੱਧ ਖਿਲਾਫ ਜੇ ਕਿਤੇ ਬੋਲੀ ਹੋਵੇਗੀ ਤੇ ਜਗੀਰ ਕੌਰ ਬੋਲੀ। ਸਮੁੱਚੇ ਪੰਥ ਅੱਗੇ ਅੱਜ ਸਭ ਤੋਂ ਵੱਡਾ ਸਵਾਲ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੋਰ ਕੁਝ ਦਿਨਾਂ ਤੱਕ ਜਿਹੜਾ ਜਨ ਹਾਊਸ ਹੋਣ ਜਾ ਰਿਹਾ ਹੈ, ਉਹਦੇ 'ਚ ਕੌਣ ਸੰਭਾਲੇਗਾ ਪ੍ਰਧਾਨਗੀ ਦਾ ਅਹੁਦਾ? ਇਸ ਨਾਲੋਂ ਵੀ ਵੱਡੀ ਗੱਲ ਹੈ ਕਿ ਕੀ ਪ੍ਰਧਾਨਗੀ ਦੇ ਅਹੁਦੇ ਨਾਲ ਜਿਹੜਾ ਹੈਗਾ ਸਿੱਖ ਪੰਥ ਅਤੇ ਉਸਦੀਆਂ ਰਵਾਇਤਾਂ ਅਤੇ ਉਸਦਾ ਪਿਛੋਕੜ ਜੁੜਿਆ ਹੋਇਆ, ਜਾਂ ਉਸ ਨੂੰ ਚੁਣੌਤੀ ਦੇਣ ਦੇ ਲਈ ਜਿਸ ਵੱਲੋਂ ਵੱਡੀ ਇੱਕ ਆਵਾਜ਼ ਬੁਲੰਦ ਕੀਤੀ ਗਈ ਹੈ ਉਸ ਨੂੰ ਵੀ ਵੇਖਿਆ ਜਾਏਗਾ। ਇਹਨਾਂ ਸਾਰੇ ਮੁੱਦਿਆਂ 'ਤੇ ਸਾਡੇ ਨਾਲ ਚਰਚਾ ਜਿਹੜੇ ਹੈਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਔਰ ਸਿੱਖ ਪੰਥ 'ਚ ਜਾਣੀ ਪਹਿਚਾਣੀ ਹਸਤੀ ਬੀਬੀ ਜਗੀਰ ਕੌਰ ਸਾਡੇ ਨਾਲ ਨੇ। ਕਿਉਂ ਚੁਣੌਤੀ ਦੇਣੀ ਪਈ, ਇਹਨਾਂ ਸਾਰੇ ਮੁੱਦਿਆਂ 'ਤੇ ਇਹਨਾਂ ਨਾਲ ਕਰਾਂਗੇ ਚਰਚਾ। ਬੀਬੀ ਜੀ, ਸਾਡੇ ਪੈਨਲ ਤੇ ਚੈਨਲ 'ਤੇ ਮੇਰੀ ਬੇਨਤੀ ਪ੍ਰਵਾਨ ਕਰਕੇ ਤੁਸੀਂ ਆਏ ਹੋ, ਉਹਦੇ ਲਈ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਜੀ ਆਇਆਂ ਨੂੰ। ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦਰਸ਼ਕਾਂ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਹਾਂ ਕਿ ਬੀਬੀ ਜਗੀਰ ਕੌਰ ਜਿਨ੍ਹਾਂ ਨੇ ਸਾਡੇ ਲਈ ਇਹਨਾਂ ਸਮਾਂ ਤੇ ਵਕਤ ਕੱਢਿਆ, ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਗੱਲਬਾਤ ਕਰ ਰਹੇ ਹੈ, ਚਰਚਾ ਕਰ ਰਹੇ ਹੈ, ਸੰਪਰਕ ਕਰ ਰਹੇ, ਅਤੇ ਹੁਣ ਵੀ ਇਹ ਮੁਹਿੰਮ ਦੇ ਵਿੱਚ ਹੀ ਹੈ। ਅਤੇ ਅਸੀਂ ਮੁਹਿੰਮ ਦੇ ਦੌਰਾਨ ਹੀ ਜਲੰਧਰ ਦੇ ਵਿੱਚ ਬੀਬੀ ਜਗੀਰ ਕੌਰ ਨਾਲ ਇਹਨਾਂ ਮੁੱਦਿਆਂ 'ਤੇ ਕਰ ਰਹੇ ਹਾਂ ਚਰਚਾ। ਵੀ ਭਾਈ ਜਿਸ ਮਾਮਲੇ 'ਤੇ ਅਸੀਂ ਗੱਲ ਕਰਨ ਲੱਗੇ ਹਾਂ, ਸਭ ਤੋਂ ਵੱਡੀ ਗੱਲ ਕਿਉਂਕਿ ਹੁਣ ਅਕਾਲੀ ਦਲ ਨੇ ਧਾਮੀ ਹੋਣਾ ਨੂੰ ਜਿਹੜਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਗੀ ਦੇ ਅਹੁਦੇ ਲਈ ਉਮੀਦਵਾਰ ਐਲਾਨ ਕਰ ਦਿੱਤਾ ਹੈ, ਅਤੇ ਲੱਗਦਾ ਹੈ ਕਿ ਹੁਣ ਇਹ ਜਿਹੜੀ ਟੱਕਰ ਹੈ ਸਿਖਰ 'ਤੇ ਪਹੁੰਚ ਗਈ ਹੈ। ਇਸ ਟੱਕਰ ਨੂੰ ਕਿਵੇਂ ਦੇਖਦੇ ਹੋ, ਚੁਣੌਤੀ ਨੂੰ ਕਿਵੇਂ ਵੇਖਦੇ ਹੋ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਨੂੰ ਅੱਜ ਖੁਸ਼ੀ ਹੈ ਕਿ ਜਿਹੜੀ ਕੌਮ ਦੀ ਆਵਾਜ਼, ਜਿਹੜੀ ਮੀਡੀਆ ਦੀ ਚਰਚਾ ਸਦਾ ਰਹੀ ਹੈ ਅਤੇ ਮੈਂ ਪਾਰਟੀ ਵਿੱਚ ਪਹੁੰਚਾਈ, ਪਾਰਟੀ ਦੇ ਪ੍ਰਧਾਨ ਸਾਹਿਬ ਨੂੰ ਦੱਸੀ। ਅੱਜ ਉਹ ਚਰਚਾ ਜਿਹੜੀ ਸੀ ਬੰਦ ਕਰਨ ਵਾਸਤੇ ਲਿਫਾਫਾ ਕਲਚਰ ਜਿਹੜਾ ਸੀ ਉਹ ਖੁੱਲ੍ਹ ਗਿਆ। ਜੋ ਲਿਫਾਫਾ ਸੀ ਅੱਜ ਪਹਿਲੇ ਦਿਨ ਖੁੱਲ੍ਹ ਗਿਆ ਕਿ ਅੱਗੇ ਕਦੀ ਨਹੀਂ ਹੋਇਆ ਕਿ 5 ਦਿਨ ਪਹਿਲਾਂ 6 ਦਿਨ ਪਹਿਲਾਂ
ਪ੍ਰਧਾਨ ਦਾ ਨਾਂ ਅਨਾਉਂਸ ਕੀਤਾ ਜਾਵੇ ਤੇ ਜਿਸ ਦੀ ਕੀਮਤ ਭਾਵੇਂ ਮੈਨੂੰ ਬਹੁਤ ਉਤਾਰਨੀ ਪਈ, ਪਰ ਪਹਿਲਾ ਜੋ ਸੰਗਤ ਦੀ ਆਵਾਜ਼ ਸੀ, ਕੌਮ ਦੀ ਆਵਾਜ਼ ਸੀ ਕਿ ਲਿਫਾਫੇ ਵਿੱਚੋਂ ਪ੍ਰਧਾਨ ਨਹੀਂ ਨਿਕਲਣਾ ਚਾਹੀਦਾ, ਇਹ ਪਹਿਲਾਂ ਕੌਮ ਦੇ ਸਾਹਮਣੇ ਨਾ ਆਉਣਾ ਚਾਹੀਦਾ ਤਾਂ ਜੋ ਚਰਚਾ ਬਣ ਸਕੇ ਤੇ ਮੈਂਬਰਾਂ ਨੂੰ ਸੰਗਤ ਵੱਲੋਂ ਕਿਹਾ ਜਾ ਸਕੇ ਕਿ ਤੁਸੀਂ ਜ਼ਮੀਰ ਦੀ ਆਵਾਜ਼ ਤੇ ਵੋਟ ਕਿਹਨੂੰ ਪਾਉਣੀ ਹੈ। ਇਸ ਗੱਲ ਦੀ ਮੈਂ ਆਪਣੇ ਦੀ ਖੁਸ਼ੀ ਜ਼ਾਹਰ ਕਰਦੀ ਹਾਂ ਤੇ ਕੌਮ ਦੇ ਉਸ ਫਿਕਰ ਨੂੰ ਅੱਜ ਮੈਂ ਸਮਝਦੀ ਹਾਂ ਕਿ ਜੇ ਖਤਮ ਹੋਇਆ ਤਾਂ ਉਹਦਾ ਧੰਨਵਾਦ ਵੀ ਕਰਦੀ ਹਾਂ। ਬਹੁਤ ਵੱਡੀ ਗੱਲ ਜਿਹੜਾ ਬੀਬੀ ਜਗੀਰ ਕੌਰ ਇਸ ਮੁੱਦੇ ਤੇ ਗੱਲ ਕਰ ਰਹੇ ਕਿ ਲਿਫਾਫਾ ਕਲਚਰ ਖਤਮ ਕਰਨ ਦੀ ਜਿਹੜੀ ਵੱਡੀ ਲੜਾਈ ਹੈ, ਪਹਿਲੀ ਵੱਡੀ ਲੜਾਈ ਉਹਨੇ ਜਿੱਤ ਲਈ ਹੈ, ਕਿਉਂਕਿ ਜਨ ਹਾਊਸ ਤੋਂ ਪਹਿਲਾਂ ਹੀ ਤਮੀਜ਼ ਦਾ ਐਲਾਨ ਕਰ ਦਿੱਤਾ ਹੈਗਾ ਅਕਾਲੀ ਦਲ ਵੱਲੋਂ ਪ੍ਰਧਾਨਗੀ ਦੇ ਉਮੀਦਵਾਰ ਦੇ ਅਹੁਦੇ ਦੇ ਲਈ। ਇਹਦੇ ਬਾਰੇ ਕੋਈ ਦੋ ਰਾਏ ਨਹੀਂ, ਪਰ ਜਿਸ ਮੁੱਦੇ ਤੇ ਆਪਾਂ ਚਰਚਾ ਕਰ ਰਹੇ ਹਾਂ, ਮੈਂ ਇੱਕ ਸਵਾਲ ਇਹ ਵੀ ਤੁਹਾਡੇ ਕੋਲੋਂ ਲੈਣਾ ਚਾਹਾਂਗਾ ਕਿ ਅਕਸਰ ਅਕਾਲੀ ਦਲ ਦੇ ਕੁਝ ਆਗੂ ਕਹਿੰਦੇ ਹੈ ਕਿ ਇਸੇ ਲਿਫਾਫਾ ਕਲਚਰ ਰਾਹੀਂ ਹੀ ਬੀਬੀ ਜਗੀਰ ਕੌਰ ਪ੍ਰਧਾਨ ਬਣਦੇ ਰਹੇ ਹੈ ਤੇ ਹੁਣ ਕਿਉਂ ਇਸ ਦਾ ਵਿਰੋਧ ਕਰ ਰਹੇ? ਜੇ ਠੀਕ ਸੀ ਤੇ ਅੱਜ ਮੇਰੀ ਗੱਲ ਕਿਉਂ ਮੰਨੀ? ਇਹਦਾ ਮਤਲਬ ਕਿ ਸਾਰਿਆਂ ਨੂੰ ਪਤਾ ਸੀਗਾ ਕਿ ਲੋਕ ਚਰਚਾ ਹੈ ਜੀ। ਇਹਦਾ ਮਤਲਬ ਕਿ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਲੋਕਾਂ ਦੇ ਵਿੱਚ, ਮੀਡੀਆ ਦੇ ਵਿੱਚ ਇਹ ਲੋਕਾਂ ਦੀ ਦਿਮਾਗ ਦੀ ਇੱਕ ਬਹੁਤ ਵੱਡਾ ਬੋਝ ਸੀ ਜੀ। ਤੇ ਅੱਜ ਜੇ ਮੈਂ ਆਵਾਜ਼ ਉਠਾਈ ਸੀ ਇਸ ਲਈ ਉਠਾਈ ਸੀ ਕਿ ਜਦੋਂ ਵੀ ਅਸੀਂ ਬਣਦੇ ਹਾਂ, ਮੈਂ ਵੀ ਬਣਦੀ ਹਾਂ, ਪ੍ਰੋਸੀਜਰ ਮੈਂ ਪਹਿਲਾਂ ਵੀ ਦੱਸਦੀ ਸੀ, ਮੈਂ ਵੀ ਠੀਕ ਦੱਸਦੀ ਸੀ, ਉਹ ਵੀ ਮੈਂ ਗਲਤ ਨਹੀਂ ਸੀ ਕਹਿੰਦੀ ਕਿ ਸਾਰੇ ਮੈਂਬਰਾਂ ਨੂੰ ਬੁਲਾ ਕੇ ਪ੍ਰਧਾਨ ਸਾਹਿਬ ਪੁੱਛਦੇ ਸੀ, ਸਾਰੇ ਕਹਿੰਦੇ ਸੀ ਜੋ ਤੁਸੀਂ ਕਰੋਗੇ, ਅਧਿਕਾਰ ਦਿੰਦੇ ਸੀ, ਅਧਿਕਾਰ ਲੈ ਕੇ ਉਹਦੀ ਵਰਤੋਂ ਕਰਕੇ ਪ੍ਰਧਾਨ ਸਾਹਿਬ ਸਵੇਰ ਨੂੰ 1 ਵਜੇ ਇੱਕ ਨਾਂ ਲਿਖ ਕੇ ਭੇਜ ਦਿੰਦੇ ਸੀ, ਜਿਹਦਾ ਹਾਊਸ ਵਿੱਚ ਹੀ ਪਤਾ ਲੱਗਦਾ ਸੀ। ਇਹ ਕੋਈ ਝੂਠ ਨਹੀਂ, ਮੈਨੂੰ ਵੀ ਪਤਾ ਹੈ, ਮੈਂ ਹਾਊਸ ਦੀ ਮੈਂਬਰ ਰਹੀ ਹਾਂ, ਮੈਂ ਵੀ ਇਸੇ ਸਿਸਟਮ ਵਿੱਚ ਬਣੀ ਹੈ। ਪਰ ਮੈਂ ਜੇ ਹੁਣ ਗੱਲ ਕਹੀ ਹੈ ਤੇ ਲੋਕਾਂ ਦੀ ਚਰਚਾ, ਕੌਮ ਦੀ ਚਰਚਾ, ਕੌਮ ਦੀ ਫਿਕਰਮੰਦੀ ਸੰਸਥਾ ਵਾਸਤੇ ਤੇ ਧਰਮ ਨੂੰ ਉੱਪਰ ਰੱਖਣ ਵਾਸਤੇ, ਸਿਆਸਤ ਨੂੰ ਉਹਦੇ ਅੰਡਰ ਕਰਨ ਵਾਸਤੇ ਇਹ ਮੇਰੇ ਮਨ 'ਚ ਸੀ ਕਿ ਜੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਕਸ ਨੂੰ ਢਾਹ ਲੱਗਦੀ ਹੈ, ਵਿਸ਼ਵਾਸ ਜੇ ਸਿੱਖ ਸੰਗਤ ਦਾ ਦੂਰ ਹੁੰਦਾ ਤੇ ਉਹਨੂੰ ਆਪਾਂ ਠੀਕ ਕਰੀਏ। ਤੇ ਇਸ ਕਰਕੇ ਮੈਂ ਕਿਹਾ ਸੀਗਾ, ਇਹ ਨਾ ਕਹਿਣ ਕਿ ਬੀਬੀ ਵੀ ਮੈਂ ਤੇ ਬੰਦੀ ਰਹੀ ਹਾਂ, ਮੈਂ ਤੇ ਕਹਿੰਦੀ ਹਾਂ ਕਿ ਮੈਂ ਵੀ ਇਸੇ ਪ੍ਰੋਸੀਜਰ 'ਚੋਂ ਲੰਘੀ ਹੈ। ਜੇ ਉਸੇ ਪ੍ਰੋਸੀਜਰ 'ਚੋਂ ਲੰਘੀ ਹੈ, ਜੇ ਚੇਂਜ ਕਰਨ ਵਾਸਤੇ ਮੈਂ ਕਿਹਾ ਤੇ ਮੈਂ ਜੋ ਚਰਚਾ ਸੀ ਉਹਨੂੰ ਬੰਦ ਕਰਨ ਵਾਸਤੇ ਕਿਹਾ, ਤੇ ਜੇ ਅੱਜ ਮੇਰੀ ਗੱਲ ਇਹ ਪੂਰੀ ਹੋਈ ਹੈ ਤੇ ਸਮਝ ਲਓ ਕਿ ਮੈਂ ਕੌਮ ਦੀ ਆਵਾਜ਼ ਪੂਰੀ ਕਰਾਈ ਹੈ। ਬਹੁਤ ਵੱਡੀ ਗੱਲ ਕਹਿ ਰਹੇ ਹੋ ਕਿ ਤੁਸੀਂ ਇੱਕ ਵੱਡੀ ਤਬਦੀਲੀ ਜਿਹੜੀ ਹੈਗੀ ਹੈ ਬੀਬਾ ਜੀ ਇਸ ਮਾਮਲੇ ਤੇ ਲਿਆਂਦੀ ਹੈ ਕਿ ਲਿਫਾਫਾ ਕਲਚਰ ਦਾ ਅੱਜ ਲਿਫਾਫਾ ਤੁਸੀਂ ਜਨ ਹਾਊਸ ਦੇ ਬਾਹਰ ਹੀ ਪਾੜ ਦਿੱਤਾ, ਖੋਲ ਦਿੱਤਾ, ਜਿਹੜਾ ਹੈਗਾ ਵੱਡੀ ਗੱਲ ਹੈਗੀ ਹੈ। ਪਰ ਜਦੋਂ ਇਸ ਮਾਮਲੇ ਦੇ ਉੱਤੇ ਤੁਸੀਂ ਆਪ ਹੀ ਕਹਿੰਦੇ ਹੋ ਕਿ ਮੈਂ ਕੀ ਐਡੀ ਕੋਈ ਗਲਤ ਗੱਲ ਕਰਤੀ, ਕੀ ਮੈਂ ਪਾਰਟੀ ਦੇ ਅਨੁਸ਼ਾਸਨ ਦੀ ਉਲੰਘਣਾ ਕਰ ਦਿੱਤੀ ਹੈ, ਫਿਰ ਅਕਾਲੀ ਦਲ ਕਿਉਂ ਇਸ ਗੱਲ ਤੇ ਤੁਲਿਆ ਕਿ ਤੁਹਾਨੂੰ ਬਾਹਰ ਦਾ ਰਾਹ ਦਿਖਾਇਆ ਜਾਵੇ? ਤੁਸੀਂ ਆਪ ਹੀ ਦੇਖੋ ਕਿ ਲਿਫਾਫਾ ਕਲਚਰ ਦੀ ਜੇ ਗੱਲ ਕੀਤੀ ਸੀ ਤੇ ਅੱਜ ਉਹਨਾਂ ਖੋਲਤਾ, ਇਹਦਾ ਮਤਲਬ ਸਹੀ ਸੀ ਜੀ। ਤੇ ਮੈਂ ਪਾਰਟੀ ਦੇ ਕਿਹੜੀ ਗਤੀਵਿਧੀ ਬਾਹਰ ਕਰ ਦਿੱਤੀ ਹੈ ਜਿਹੜੀ ਉਹ ਅਵੱਗਿਆ ਹੋ ਗਈ? ਕਿਹੜੀ ਗੱਲੋਂ ਇਹਨਾਂ ਨੇ ਮੈਨੂੰ ਇਸ ਤਰ੍ਹਾਂ ਦੀ ਮੇਰੇ ਉੱਤੇ ਇਹ ਸ਼ਬਦ ਜਿਹੜਾ ਸੀ ਉਹ ਲਾਇਆ? ਜਾਂ ਫਿਰ ਮੈਂ ਮੈਂਬਰਾਂ ਨੂੰ ਮਿਲਦੀ ਸੀ, ਉਹਦਾ ਕਾਰਨ ਕੀ ਸੀ? ਮੈਂਬਰਾਂ ਕੋਲ ਫੀਡਬੈਕ ਲੈਂਦੀ ਸੀ ਕਿ ਅੱਜ ਜਿਹੜੇ ਸਾਡਾ ਹਾਲਾਤ ਹੈ ਇਹਦੇ ਵਿੱਚ ਕਿੰਨੇ ਕੁ ਮੈਂਬਰ ਹੈ ਜਿਹੜੇ ਕਿ ਸਾਡੇ ਪਾਰਟੀ ਦੀ ਲੀਡਰਸ਼ਿਪ ਦੇ ਥੋੜ੍ਹਾ ਜਿਹਾ ਨੈਗੇਟਿਵ ਬੋਲਦੇ ਆ। ਜਦੋਂ ਮੈਂ ਗਈ ਤੇ ਮੈਂ ਇਹ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਮੈਨੂੰ ਇਹ ਪਤਾ ਲੱਗਾ ਕਿ 50% ਮੈਂਬਰ ਜਿਹੜੇ ਹੈ ਉਹ ਇਸ ਗੱਲ ਦੇ ਉੱਤੇ ਦੁਖੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜਿਹੜੇ ਹੈ ਉਹ ਅੱਜ ਧਰਮ ਦੇ ਵਿੱਚ ਬਹੁਤ ਵੱਡੀ ਦਖਲਅੰਦਾਜ਼ੀ ਕਰਕੇ ਤੇ ਸਾਨੂੰ ਉੱਥੇ ਜੋ ਕਰਨਾ ਚਾਹੀਦਾ ਉਹ ਨਹੀਂ ਹੁੰਦਾ। ਉਹਨਾਂ ਗੱਲਾਂ ਕਰਕੇ ਹੀ ਮੈਂ ਮਹਿਸੂਸ ਕਰਦੀ ਸੀ ਵੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਿਹੜੇ ਉਹਨਾਂ ਦੀ ਆਵਾਜ਼ ਜਿਹੜੀ ਉਹ ਦੱਬੀ ਹੋਈ ਹੈ। ਵੀ ਭਾਈ ਤੁਸੀਂ ਕਹਿ ਰਹੇ ਹੋ ਕਿ ਮੈਂਬਰ 50% ਤਕਰੀਬਨ ਜਿਹੜੇ ਕਹਿ ਰਹੇ ਸੀ ਕਿ ਜਿਸ ਤਰੀਕੇ ਨਾਲ ਉਹਨਾਂ ਦੀ ਆਵਾਜ਼ ਦਬਾਈ ਗਈ ਹੈ, ਹੁਣ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਜਨ ਹੌਸਲੀ ਮੈਂਬਰਾਂ ਨਾਲ ਮੁਲਾਕਾਤ ਵੀ ਕਰ ਰਹੇ ਹੋ, ਮਿਲ ਵੀ ਰਹੇ ਹੋ, ਕਿੰਨਾ ਕੁ ਹੁੰਗਾਰਾ ਹੈ? ਜੇ ਹੁੰਗਾਰਾ ਨਾ ਮੈਨੂੰ ਹੁੰਦਾ ਤੇ ਬਾਦਲ ਸਾਹਿਬ ਸਾਰੀ ਰਿਪੋਰਟ ਦਫ਼ਤਰ ਵਿੱਚ ਪ੍ਰਾਪਤ ਕਰਕੇ ਕਿ 80 ਤੋਂ ਵੱਧ ਮੈਂਬਰ ਜਿਹੜੇ ਇਸ ਵੇਲੇ ਉਹਨਾਂ ਦੀ ਰਿਪੋਰਟ ਵਿੱਚ ਹੀ ਮੇਰੇ ਨਾਲ ਲਿਖੇ ਹੋਏ ਆ, ਸਿਧਾਂਤ ਦੀ ਲੜਾਈ ਵਾਸਤੇ ਲਿਖੇ ਹੋਏ ਆ, ਸੱਚ ਦੀ ਆਵਾਜ਼ ਉਠਾਉਣ ਵਾਸਤੇ ਲਿਖੇ ਹੋਏ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪਲਿਫਟ ਕਰਨ ਵਾਸਤੇ ਤੇ ਸਿੱਖਾਂ ਨੂੰ ਵਿਸ਼ਵਾਸ ਪੈਦਾ ਕਰਨ ਵਾਸਤੇ ਲਿਖੇ ਹੋਏ ਆ।
ਜੇ ਉਹ ਰਿਪੋਰਟ ਉਹਨਾਂ ਦੇ ਕੋਲ ਆਈ ਹੈ, ਅੱਜ ਪਹਿਲੀ ਵਾਰੀ ਹੋਇਆ ਕਿ ਪ੍ਰਧਾਨ ਸਾਹਿਬ ਗੱਡੀ ਚੱਕ ਕੇ ਕੱਲੇ ਮੈਂਬਰਾਂ ਦੇ ਘਰ ਜਾ ਰਹੇ। ਅੱਜ ਪਹਿਲੀ ਵਾਰੀ ਹੋਇਆ ਕਿ ਸਾਰੀ ਪਾਰਟੀ ਜਿਹੜੀ ਅੰਦਰ ਬੈਠੀ ਸੀ, ਔਰ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਸਾਰੇ ਲੀਡਰ ਜਿਹੜੇ ਹੈ ਉਹ ਉਹੀ ਕੁਝ ਚਾਹੁੰਦੇ ਹੈ ਜੋ ਮੈਂ ਚਾਹ ਰਹੀ ਹਾਂ, ਇਹ 'ਚ ਕੋਈ ਸ਼ੱਕ ਨਹੀਂ। ਵੱਡਾ ਸਵਾਲ ਤੁਸੀਂ ਕਰ ਰਹੇ ਹੋ ਕਿ ਜੋ ਕੋਈ ਤੁਸੀਂ ਕਹਿ ਰਹੇ ਹੋ ਸਾਰੇ ਲੀਡਰ ਉਹੀ ਚਾਹੁੰਦੇ ਆ। ਦੇਖੋ ਕਈ ਵਾਰੀ ਹੁੰਦਾ ਹੈ ਕਿ ਰਸਮੀ ਤੌਰ ਤੇ ਬਾਹਰ ਮੀਡੀਆ 'ਚ ਆ ਕੇ ਕਹਿਣਾ ਬੜਾ ਔਖਾ ਹੁੰਦਾ ਹੈ। ਜੋ ਤੁਸੀਂ ਮੁਲਾਕਾਤਾਂ ਕਰਦੇ ਹੋ, ਕੀ ਲੱਗਦਾ ਕਿ ਗੈਰ ਰਸਮੀ ਤੌਰ ਤੇ ਆਪਣੇ ਦਿਲ ਦੀਆਂ ਗੱਲਾਂ ਖੋਲ੍ਹਦੇ ਆ ਕਿ ਅਕਾਲੀ ਦਲ 'ਚ ਕਿਹੋ ਜਿਹੀ ਤਬਦੀਲੀ ਹੋਣੀ ਚਾਹੀਦੀ ਹੈ? ਜ਼ਰੂਰ ਖੋਲਾਂਗੇ ਜੀ, ਮੈਂ ਕਰਾਂਗੀ ਕੱਲ ਨੂੰ ਪ੍ਰੈਸ ਕਾਨਫਰੰਸ ਸਾਰਿਆਂ ਨੂੰ ਕਰਾਂਗੀ, ਕਿਉਂਕਿ ਇਕੱਲੇ ਨੂੰ ਮੈਨੂੰ ਟਾਈਮ ਬਹੁਤ ਲੱਗੇਗਾ। ਦੇਖੋ ਜਿੰਨੇ ਵੀ ਅੰਦਰ ਬੈਠੇ ਆਗੂ ਹੈ, ਮੈਂ 2-3 ਨੂੰ ਛੱਡ ਕੇ, ਕਿਉਂਕਿ ਕਈਆਂ ਦਾ ਹਲਵਾ ਮੰਡਾ ਹੀ ਉੱਥੇ ਹੁੰਦਾ ਹੈ, ਜਿਨ੍ਹਾਂ ਨੇ ਬਹੁਤ ਕੰਮ ਲਏ ਹੁੰਦੇ ਹੈ, ਜਿਨ੍ਹਾਂ ਨੇ ਬਹੁਤ ਆਪਣੇ ਲਾਭ ਉਠਾਏ ਹੁੰਦੇ ਹੈ, ਉਹ ਨਹੀਂ ਬੋਲਣਗੇ। ਬੀਬੀ ਜੀ ਉਹ ਨਹੀਂ ਬੋਲਣਗੇ ਜਿਹੜੇ ਕੁਝ ਲੋਕ ਨਾਲ ਹੈ, ਪਰ ਵੱਡੀ ਗਿਣਤੀ 'ਚ ਜਿਹੜੇ ਲੋਕਾਂ ਨਾਲ ਤੁਸੀਂ ਮੁਲਾਕਾਤ ਕੀਤੀ ਹੈ ਉਹ ਕੀ ਕਹਿੰਦੇ ਆ? ਉਹਨਾਂ ਦੇ ਦਿਲ ਦੀ ਆਵਾਜ਼ ਕੀ ਹੈ? ਵੱਡੇ ਵਰਕਰ ਵੀ, ਲੀਡਰ ਵੀ, ਸਾਰਿਆਂ ਦੀ ਦਿਲ ਦੀ ਆਵਾਜ਼ ਇੱਕੋ ਹੀ ਹੈ, ਜਿਹੜੀ ਕਿ ਝੁੰਦਾ ਕਮੇਟੀ ਜਦੋਂ ਸਰਦਾਰ ਇਕਬਾਲ ਸਿੰਘ ਦੀ ਅਗਵਾਈ 'ਚ ਬਣਾਈ ਸੀ, ਉਹ ਸਾਰੇ ਪੰਜਾਬ 'ਚ ਟੋਹ ਕੇ ਆਏ ਸੀ ਤੇ ਉੱਥੇ ਸਾਰੀ ਡਿਸਕਸ ਕੀਤੀ ਗਈ ਸੀ। ਤੇ ਸਭ ਤੋਂ ਪਹਿਲਾ ਪੁਆਇੰਟ ਇਹੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸਿਆਸੀ ਤੌਰ ਤੇ ਬਹੁਤਾ ਦਬਦਬਾ ਨਾ ਬਣਾਇਆ ਜਾਵੇ, ਸਿਆਸੀ ਤੌਰ ਦੇ ਉੱਤੇ ਬਹੁਤੇ ਵਿੱਚ ਦਖਲਅੰਦਾਜ਼ੀ ਨਾ ਕੀਤਾ ਜਾਵੇ, ਇਹਨੂੰ ਆਜ਼ਾਦ ਕੀਤਾ ਜਾਵੇ। ਹਾਂ, ਜਿਹੜੀ ਡਿਊਟੀ ਹੈ ਕਿ ਇਹ ਇੱਕ ਸਾਡੀ ਸਿਆਸੀ ਸਹਾਇਕ ਪਾਰਟੀ ਹੈ, ਉਹ ਸਹਾਇਕ ਪਾਰਟੀ ਜਿਹੜੀ ਹੈ ਉਹਨਾਂ ਕੁ ਉਹਦੇ ਵਿੱਚ ਆਪਣਾ ਦਖਲ ਦੇਵੇ ਜਿੰਨਾ ਕੁ ਸਿੱਖ ਕੌਮ ਟੋਲਰੇਟ ਕਰਦੀ ਹੈ, ਕਿਉਂਕਿ ਇਹਨੂੰ ਬਣਾਈ ਗਈ ਸੀ ਇਸ ਕਰਕੇ ਸਹਾਇਕ ਤੌਰ ਦੇ ਉੱਤੇ ਕਿ ਜਿਹੜਾ ਗੁਰਦੁਆਰੇ ਗੁਰਧਾਮਾਂ ਦੀ ਸੇਵਾ ਸੰਭਾਲ ਵਿੱਚ ਕਿਤੇ ਵੀ ਕੋਈ ਕੁਤਾਹੀ ਹੁੰਦੀ ਹੈ, ਕਿਤੇ ਬਾਹਰੀ ਹਮਲੇ ਹੁੰਦੇ ਹੈ, ਕਿਤੇ ਕੋਈ ਢਾਹ ਲੱਗਦੀ ਹੈ, ਕਿਤੇ ਬੇਇਨਸਾਫੀਆਂ ਹੁੰਦੀਆਂ ਕੌਮ ਦੇ ਨਾਲ, ਇਹ ਜੂਝਣ, ਇਹ ਸੰਘਰਸ਼ ਕਰਨ। ਇਹ ਇੱਕ ਸਾਡਾ ਸਿਆਸੀ ਇਕਾਈ ਸੀ। ਪਰ ਅੱਜ ਕੌਮ ਜਿਹੜੀ ਹੈ ਇਕੱਲੇ ਸ਼੍ਰੋਮਣੀ ਅਕਾਲੀ ਦਲ 'ਚ ਨਹੀਂ ਹੈ, ਅੱਜ ਕੌਮ ਵਰਲਡ 'ਚ ਘੁੰਮੀ ਹੋਈ ਹੈ, ਸਾਰੇ ਦੇਸ਼ ਵਿੱਚ, ਸਾਰੇ ਵਿਦੇਸ਼ ਵਿੱਚ ਬੈਠੀ ਹੈ। ਔਰ ਅੱਜ ਉਹ ਵਿਦਵਾਨ ਜਿਹੜੇ ਕਿ ਸੁਹਿਰਦ ਵਿਦਵਾਨ ਆਪਾਂ ਕਹਿ ਸਕਦੇ ਹਾਂ, ਜਿਹੜੇ ਸਾਨੂੰ ਪੰਥਕ ਪਿੜ ਵਿੱਚ ਖਲੋ ਕੇ ਸੁਝਾਅ ਵੀ ਦਿੰਦੇ ਹੈ, ਸੁਧਾਰ ਕਰਨ ਵਾਸਤੇ ਵੀ ਕਹਿੰਦੇ ਹੈ, ਅਸੀਂ ਉਹਨਾਂ ਦੀ ਇਹ ਸਮਝਦੇ ਹਾਂ ਕੋਈ ਨੁਕਤਾਚੀਨੀ ਕਰ ਰਹੇ ਹਾਂ। ਜਦ ਤੱਕ ਅਸੀਂ ਉਹਨਾਂ ਦੇ ਵਿੱਚ ਬੈਠ ਕੇ ਪਹੁੰਚ ਕੇ ਉਹਨਾਂ ਨੂੰ ਨਾਲ ਨਹੀਂ ਲਾਉਂਦੇ, ਪੰਥ ਦੀ ਆਵਾਜ਼ ਨੂੰ ਅਸੀਂ ਇਕਮੁੱਠ ਨਹੀਂ ਕਰਦੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵਿਸ਼ਵਾਸ ਸਿੱਖਾਂ ਦਾ ਜਿਹੜਾ ਦੂਰ ਹੁੰਦਾ ਜਾ ਰਿਹਾ, ਗੁਆਚੀ ਜਾ ਰਿਹਾ, ਉਹ ਉਨੀ ਚਿਰ ਤੱਕ ਤਕੜਾ ਨਹੀਂ ਹੋ ਸਕਦਾ। ਤੁਸੀਂ ਜਿਸ ਮੁੱਦੇ ਤੇ ਗੱਲ ਕਰ ਰਹੇ ਹੋ ਕਿ ਸਿੱਖ ਸੰਸਥਾਵਾਂ 'ਚ ਕਿੱਦਾਂ ਦਾ ਭਰੋਸਾ ਖਤਮ ਹੋਇਆ ਹੈ, ਜਿਹੜੀ ਮੌਜੂਦਾ ਲੀਡਰਸ਼ਿਪ ਹੈ, ਸੁਖਬੀਰ ਬਾਦਲ ਦੀ ਤੁਸੀਂ ਗੱਲ ਕੀਤੀ ਹੈ, ਪਿਛਲੀ ਜੇ ਆਪਾਂ ਅਸੈਂਬਲੀ ਦੀਆਂ ਚੋਣਾਂ ਦੀ ਗੱਲ ਕਰ ਲਈਏ ਤਾਂ ਹਾਸ਼ੀਏ ਤੇ ਚਲੀ ਗਈ। ਪਾਰਟੀ ਦੇ ਅੰਦਰ ਇਸ ਮੁੱਦੇ ਤੇ ਵੀ ਸਵਾਲ ਉੱਠ ਰਹੇ ਆ ਕਿ ਜਿਹੜੀ ਲੀਡਰਸ਼ਿਪ ਹਾਸ਼ੀਏ ਤੇ ਚਲੀ ਗਈ ਹੈ, ਕਿਉਂ ਨਾ ਉਹਦੇ ਤਬਦੀਲੀ ਲਿਆਂਦੀ ਜਾਵੇ, ਤੇ ਫਿਰ ਤਬਦੀਲੀ ਕਿਉਂ ਨਹੀਂ ਆ ਰਹੀ? ਤਬਦੀਲੀ ਲਿਆਂਦੀ ਸੀਗੀ ਜੀ, ਸਾਰੀ ਪਾਰਟੀ ਭੰਗ ਕਰ ਦਿੱਤੀ ਸੀ। ਪ੍ਰਧਾਨ ਸਾਹਿਬ ਇੱਕ ਰਹਿ ਗਏ, ਆਪ ਰਹਿ ਗਏ, ਕਿਉਂਕਿ ਉਹਨਾਂ ਕੋਲ ਅਖਤਿਆਰ ਹੈ, ਉਹ ਆਲ ਇਨ ਆਲ ਹੈ। ਹੁਣ ਕਿਹੜੀ ਕੋਰ ਕਮੇਟੀ ਹੈ ਜਿਹਨੇ ਮੇਰਾ ਫੈਸਲਾ ਕੀਤਾ? ਬਹੁਤ ਵੱਡਾ ਸਵਾਲ ਹੈ ਹੀ ਨਹੀਂ, ਕੋਰ ਕਮੇਟੀ ਹੈ ਹੀ ਨਹੀਂ ਹੁਣ। ਠੀਕ ਹੈ, ਸੀਨੀਅਰ ਆਗੂ ਨੇ, ਉਹਨਾਂ ਦੇ ਵਿੱਚੋਂ ਸਾਰਿਆਂ ਨੇ ਮੋਸਟਲੀ ਕਿਹਾ ਨਾ ਐਕਸ਼ਨ ਲਿਓ, ਬਣਦਾ ਨਹੀਂ। ਉਹਨਾਂ ਕਿਹੜੀ ਕੋਈ ਪਾਰਟੀ ਦੇ ਵਿਰੋਧੀ ਕੋਈ ਗਤੀਵਿਧੀ ਕੀਤੀ ਹੈ? ਸਿਰਫ 2 ਜਣੇ ਜਿਹੜੇ ਸੀਗੇ, ਜਿਹੜੇ ਚਾਹੁੰਦੇ ਨਹੀਂ ਕਿ ਬੀਬੀ ਜਗੀਰ ਕੌਰ ਉੱਥੇ ਲਾਗੇ ਕੁਰਸੀ ਤੇ ਬੈਠ ਸਕੇ, ਕਿਉਂਕਿ ਉਹਨਾਂ ਨੂੰ ਇੱਕੋ ਖਤਰਾ ਰਹਿੰਦਾ ਕਿ ਕੋਈ ਵੀ ਸਿਧਾਂਤ ਦੀ ਗੱਲ ਹੋਵੇ, ਗੁਰਮਤ ਦੀ ਗੱਲ ਹੋਵੇ, ਉਹ ਅੜਦੀ ਹੈ, ਮਰਿਆਦਾ ਦੀ ਗੱਲ ਅੜਦੀ ਹੈ। ਉਹ ਲੋਕ ਆਪਣੀਆਂ ਮਨਮਾਨੀਆਂ ਕਰਾ ਕੇ ਬਾਦਲ ਸਾਹਿਬ ਤੋਂ ਅੱਜ ਵੀ ਮਨਮਾਨੀ ਕਰਾਈ ਹੈ। ਹੋ ਸਕਦਾ ਬਾਦਲ ਸਾਹਿਬ ਨਾ ਕਰਦੇ, ਪਰ ਉਹਨੂੰ ਮਜਬੂਰ ਕੀਤਾ ਗਿਆ ਆਲੇ ਦੁਆਲਿਓਂ ਗਲਬਾ ਪਾ ਕੇ ਕਿ ਇਹ ਤੈਨੂੰ ਪਤਾ ਨਹੀਂ ਕੀ ਖਤਰਾ ਹੈ, ਮੈਨੂੰ ਨਹੀਂ ਸਮਝ ਆਉਂਦੀ। ਜਿਸ ਪਰਿਵਾਰ ਦੀ ਮੈਂ ਮੈਂਬਰ ਰਹੀ ਹਾਂ, ਅੱਜ ਉਹਨਾਂ ਨੂੰ ਮੇਰੇ ਤੋਂ ਖਤਰਾ ਕਿਉਂ ਹੋਇਆ, ਉਹਨਾਂ ਨੂੰ ਮੇਰੇ 'ਚ ਵਿਸ਼ਵਾਸ ਕਿਉਂ ਨਹੀਂ ਹੋਇਆ? ਮੈਂ ਇਹੀ ਗੱਲ ਪੁੱਛੀ ਗਈ ਹੈ ਪ੍ਰਧਾਨ ਜੀ ਨੂੰ ਕਿ ਕੀ ਤੈਨੂੰ ਮੇਰੇ 'ਚ ਵਿਸ਼ਵਾਸ ਹੈਗਾ ਕਿ ਨਹੀਂ ਹੈਗਾ? ਜੇ ਇੰਨੀ ਸੇਵਾ ਕਰਨ ਦੇ ਬਾਵਜੂਦ, ਇੰਨੀ ਡੈਡੀਕੇਸ਼ਨ ਦੇ ਬਾਵਜੂਦ, ਇੰਨੀ ਸਿੰਸੈਰਿਟੀ ਦੇ ਬਾਵਜੂਦ ਕਦਮ ਕਦਮ ਨਾਲ ਸ਼੍ਰੋਮਣੀ ਅਕਾਲੀ ਦਲ ਲਈ ਤਰੱਕੀ ਲਈ ਕੰਮ ਕਰਨ ਵਾਸਤੇ, ਜਾਂ ਸਾਰਾ ਘਰ-ਬਾਰ ਤਿਆਗ ਕੇ ਤੇ ਤੁਹਾਡਾ ਹਮੇਸ਼ਾ ਡਿਫੈਂਡ ਕਰਨ ਵਾਸਤੇ, ਬਾਦਲ ਸਾਹਿਬ ਨੂੰ ਡਿਫੈਂਡ ਕਰਨ ਵਾਸਤੇ, ਸ਼੍ਰੋਮਣੀ ਅਕਾਲੀ ਦਲ ਨੂੰ ਡਿਫੈਂਡ ਕਰਨ ਵਾਸਤੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਿਫੈਂਡ ਕਰਨ ਵਾਸਤੇ, ਜੇ ਇਸ ਤੁਹਾਡੀ ਸੇਵਾਦਾਰ ਨੇ ਕੰਮ ਕੀਤਾ ਹੋਵੇ
ਫਿਰ ਵੀ ਵਿਸ਼ਵਾਸ ਨਾ ਪੈਦਾ ਹੋਵੇ। ਬਸ ਜੇ ਵਿਸ਼ਵਾਸ ਨਹੀਂ ਜਿੱਥੇ ਹੋਵੇ ਉੱਥੇ ਰਹਿਣ ਦਾ ਕੋਈ ਫਾਇਦਾ ਨਹੀਂ। ਅਹਿਮ ਮੁੱਦੇ ਤੇ ਤੁਸੀਂ ਗੱਲ ਕਰ ਰਹੇ ਹੋ, ਜਿਸ ਤਰੀਕੇ ਨਾਲ ਕੀ ਲੱਗਦਾ ਹੈ ਕਿ ਇੰਨਾ ਭਰੋਸਾ ਜਾਂ ਇੰਨਾ ਕੰਮ ਕਰਨ ਦੇ ਬਾਵਜੂਦ ਅਕਾਲੀ ਦਲ ਨੇ ਜੋ ਐਕਸ਼ਨ ਲਿਆ ਹੈ ਜਾਂ ਜਿਸ ਢੰਗ ਨਾਲ ਆਪਾਂ ਨੂੰ ਪਾਸੇ ਕੀਤਾ ਹੈ, ਪਾਰਟੀ ਨੇ ਬਹੁਤ ਵੱਡਾ ਆਪਾਂ ਕਹੀਏ ਕਿ ਬੇਵਿਸ਼ਵਾਸੀ ਕਹਿ ਲਈਏ ਜਾਂ ਦਗਾ ਕੀਤਾ ਤੁਹਾਡੇ ਨਾਲ? ਸ਼੍ਰੋਮਣੀ ਅਕਾਲੀ ਦਲ ਤੇ ਸਾਰਾ ਬਾਹਰ ਬੈਠਾ ਹੋਇਆ, ਬਾਹਰ ਮਤਲਬ ਪੰਜਾਬ 'ਚ, ਜੀ, ਸਾਰੇ ਦੇਸ਼ ਵਿੱਚ, ਵਰਲਡ 'ਚ ਦਰਦ ਉਹਨਾਂ ਨੂੰ ਹੈ। ਇੱਕ ਵਿਅਕਤੀ ਜਿਹੜਾ ਹੈ, ਇੱਕ ਪ੍ਰਧਾਨ ਸਾਹਿਬ ਇਕੱਲੇ ਫੈਸਲਾ ਲੈਣ ਤੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਫੈਸਲਾ ਨਹੀਂ। ਮੈਂ ਕਹਿੰਦੀ ਸ਼੍ਰੋਮਣੀ ਅਕਾਲੀ ਦਲ ਤੇ ਹਰ ਘਰ ਵਿੱਚ ਬੈਠਾ ਹੋਇਆ। ਹਰ ਵਿਅਕਤੀ ਚਾਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਉਂਦਾ ਰਹੇ। ਹਰ ਵਿਅਕਤੀ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਤਕੜਾ ਹੋਵੇ। ਹਰ ਮਨੁੱਖ ਚਾਹੁੰਦਾ ਹੈ ਕਿ ਇਹ ਸਿੱਖ ਕੌਮ ਦੀ ਉਹ ਸੰਸਥਾ ਹੈ ਜਿਹੜੀ ਸਾਡੇ ਬਹੁਤ ਵੱਡੇ ਇਤਿਹਾਸ ਚੋਂ ਨਿਕਲੀ ਹੈ, ਸਾਡੇ ਬਜ਼ੁਰਗਾਂ ਦੇ ਖੂਨ ਨਾਲ ਪਲੀ ਹੈ, ਸਾਡੇ ਬਜ਼ੁਰਗਾਂ ਦੇ ਸੀਨੇ ਦੀ ਮਿੱਝ ਨਾਲ ਖੁਰਾਕ ਖਾਧੀ ਹੈ, ਔਰ ਇਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਹਦੀ ਸਿਰਜਣਾ ਹੋਈ ਹੈ। ਔਰ ਇਹ ਕਦੀ ਜੇ ਕਿਤੇ ਗੱਲ ਕੋਈ ਕਰ ਸਕਦੀ ਹੈ ਪੰਜਾਬ ਦੇ ਲੋਕਾਂ ਦੀ ਜਾਂ ਸਿੱਖਾਂ ਦੇ ਲੋਕਾਂ ਦੀ, ਗਰੀਬਾਂ ਲੋਕਾਂ ਦੀ, ਤਾਂ ਕੇਵਲ ਇੱਕ ਸ਼੍ਰੋਮਣੀ ਅਕਾਲੀ ਦਲ ਕਰ ਸਕਦੀ ਹੈ। ਇਹੀ ਇੱਕ ਵਾਦ ਜਮਾਤ ਹੈ ਜਿਹੜੀ ਕਿ ਪੰਜਾਬ ਦੇ ਹੱਕਾਂ ਦੀ ਰਾਖੀ ਕਰ ਸਕਦੀ ਹੈ। ਪਰ ਦੁੱਖ ਦੀ ਗੱਲ ਹੈ ਕਿ ਅੱਜ ਨਾ ਪੰਜਾਬ ਦੇ ਲੋਕਾਂ ਦੀ ਗੱਲ ਸੁਣੀ ਜਾ ਰਹੀ ਹੈ, ਨਾ ਕਿਸੇ ਵਰਕਰ ਦੀ ਗੱਲ ਸੁਣੀ ਜਾ ਰਹੀ ਹੈ, ਨਾ ਕਿਤੇ ਪੰਜਾਬ ਤੋਂ ਬਾਹਰ ਵਸਦੇ ਲੋਕਾਂ ਦੀ ਗੱਲ ਸੁਣੀ ਜਾ ਰਹੀ ਹੈ। ਮਨਮਾਨੀਆਂ ਕਰਨ ਕਰਕੇ ਹੀ ਅੱਜ ਅਸੀਂ ਬਹੁਤ ਵੱਡਾ ਨੁਕਸਾਨ ਪਾ ਲਿਆ। ਉਹਦੇ ਵਿੱਚ ਮੈਂ ਵੀ ਸ਼ਾਮਲ ਹੈ, ਕਿਉਂਕਿ ਮੈਂ ਨਾਲ ਰਹੀ ਹਾਂ। ਭਾਵੇਂ ਅੰਦਰ ਵੜ ਕੇ ਜੋ ਮਰਜ਼ੀ ਕਹੀ ਜਾਓ, ਪਰ ਜਦ ਤੱਕ ਇਹ ਆਵਾਜ਼ ਬਾਹਰ ਨਹੀਂ ਲੋਕਾਂ ਕੋਲ ਜਾਂਦੀ, ਲੋਕ ਸਮਝਦੇ ਆ ਕਿ ਸਾਰੇ ਹੀ ਤੁਸੀਂ ਉਹਦੇ ਦੋਸ਼ੀ ਹੋ। ਮੈਂ ਵੀ ਦੋਸ਼ੀ ਹਾਂ। ਮੈਂ ਸਾਫ਼ ਕਰਨੀ ਹੈ ਕਿ ਮੈਂ ਇਹ ਆਵਾਜ਼ ਜਿਹੜੀ ਅੰਦਰ ਘੁੱਟਦੀ ਸੀ, ਅੰਦਰ ਕਰਦੀ ਸੀ, ਅੱਜ ਮੈਨੂੰ ਬਾਹਰ ਕਹਿਣੀ ਪੈ ਰਹੀ ਹੈ, ਕਿਉਂਕਿ ਹੱਦ ਹੋ ਗਈ ਹੈ, ਅੰਤ ਹੋ ਗਿਆ ਕਿ ਜਿਸ ਗੁਰਮਤ ਦਾ ਕਾਣ ਹੁੰਦਿਆਂ ਨੂੰ ਕਿਸੇ ਨੇ ਨਹੀਂ ਦੇਖਣਾ, ਕਿਸੇ ਨੇ ਸਮਾਜ ਦੀਆਂ ਕਦਰਾਂ ਕੀਮਤਾਂ ਖਤਮ ਹੁੰਦੀਆਂ ਨੂੰ ਨਹੀਂ ਦੇਖਣਾ, ਸਿੱਖਾਂ ਦੇ ਟੁੱਟਦੇ ਵਿਸ਼ਵਾਸ ਨੂੰ ਨਹੀਂ ਦੇਖਣਾ, ਗੁਰਮਤ ਦੇ ਜੋ ਅੱਜ ਸਾਡਾ ਫਲਸਫਾ ਉਹਦੇ ਵਿੱਚ ਬਹੁਤ ਵੱਡੇ ਨੁਕਸ ਮਤਲਬ ਲੋਕੀ ਦਖਲਅੰਦਾਜ਼ੀ ਕਰ ਰਹੇ ਹੈ, ਜੇ ਉਹ ਨਹੀਂ ਵੇਖਣਾ ਤੇ ਅੱਜ ਗੁਰੂ ਡੰਮ ਤੋਂ ਬਾਹਰ ਜਿਹੜੇ ਗੁਰੂ ਡੰਮ ਦੀਆਂ ਗੱਲਾਂ ਹੋ ਰਹੀਆਂ, ਜੇ ਉਹਨੂੰ ਬਚਾਉਣਾ ਨਹੀਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੀ ਕੁਰਸੀ ਦੇ ਉੱਤੇ ਇਹ ਕਹਿਣਾ ਕਿ ਬੀਬੀ ਜਗੀਰ ਕੌਰ ਸਿਧਾਂਤ ਦੀ ਗੱਲ ਕਰਦੀ ਹੈ, ਬੀਬੀ ਜਗੀਰ ਕੌਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕਰਦੀ ਹੈ, ਬੀਬੀ ਜਗੀਰ ਕੌਰ ਸਿੱਖ ਰਹਿਤ ਮਰਿਆਦਾ ਦੀ ਗੱਲ ਕਰਦੀ ਹੈ, ਇਸ ਕਰਕੇ ਨਹੀਂ। ਸੋ ਬਹੁਤ ਵੱਡਾ ਮੁੱਦਾ ਜਿਸ ਮੁੱਦੇ ਦੀ ਤੁਸੀਂ ਚਰਚਾ ਕਰ ਰਹੇ ਹੋ ਕਿ ਜਿੱਦਾਂ ਅਕਸਰ ਕਿਹਾ ਜਾਂਦਾ ਹੈ ਕਿ ਤੁਸੀਂ ਅਕਾਲੀ ਦਲ ਦੇ ਅਨੁਸ਼ਾਸਨ ਦੀ ਕੋਈ ਉਲੰਘਣਾ ਨਹੀਂ ਕੀਤੀ, ਤੁਸੀਂ ਇੱਕ ਪਰਿਵਾਰ ਦੇ ਗਲਬੇ ਨੂੰ ਤੋੜਨ ਲਈ ਆਵਾਜ਼ ਬੁਲੰਦ ਕੀਤੀ ਹੈ। ਮੈਂ ਉਹਨਾਂ ਲੋਕਾਂ ਦੀ ਗਲਬਾ ਤੋੜਨਾ ਚਾਹੁੰਦੀ ਹਾਂ ਜਿਨ੍ਹਾਂ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੁਹਾ ਕੇ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਨੁਕਸਾਨ ਕੀਤਾ। ਮੈਂ ਵੀ ਪੀੜਤ ਹਾਂ, ਮੈਂ ਵੀ ਸ਼ਾਮਲ ਹਾਂ, ਕਿਉਂਕਿ ਮੈਂ ਵੀ ਉਹਨਾਂ ਨੂੰ ਡਿਫੈਂਡ ਕਰਦੀ ਰਹੀ ਹਾਂ। ਅੱਜ ਜਿਨ੍ਹਾਂ ਤੇ ਐਕਸ਼ਨ ਲੈਣਾ ਚਾਹੀਦਾ, ਜਿਹੜੀਆਂ ਅੱਜ ਆਈਟੀ ਵਿੰਗ ਦੇ ਵਿੱਚ ਉਹ ਪ੍ਰਚਾਰ ਕੀਤਾ ਜਾ ਰਿਹਾ, ਕੂੜ ਪ੍ਰਚਾਰ, ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਵਿੰਗ 'ਚ ਪ੍ਰਚਾਰ ਨਹੀਂ ਹੋਣਾ ਚਾਹੀਦਾ ਸੀਗਾ, ਕਿ ਜੋ ਕੂੜ ਪ੍ਰਚਾਰ ਬੀਬੀ ਜਗੀਰ ਕੌਰ ਦੇ ਕਿਤੇ ਵਿਰੋਧੀ ਬਾਦਲ ਸਾਹਿਬ ਕਰਕੇ ਕਰਦੇ ਸੀ, ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਬਹੁਤ ਡੈਡੀਕੇਟਡ ਸੇਵਾਦਾਰ ਕਰਕੇ ਕਰਦੇ ਸੀ, ਅੱਜ ਉਹੀ ਕੂੜ ਪ੍ਰਚਾਰ ਮੇਰੇ ਆਪਣੇ ਸਾਥੀ ਕਰਵਾ ਰਹੇ ਹੈ। ਇਸ ਕਰਕੇ ਮੈਨੂੰ ਲੱਗਦਾ ਹੈ ਕਿ ਐਕਸ਼ਨ ਉਹਨਾਂ 'ਤੇ ਹੋਣਾ ਚਾਹੀਦਾ ਜਿਹੜੇ ਕਰਾ ਰਹੇ ਹੈ, ਜਿਹਨਾਂ ਪਾਰਟੀ ਦਾ ਨੁਕਸਾਨ ਕਰ ਰਹੇ ਹੈ, ਜਿਹੜੇ ਪਾਰਟੀ ਵਿੱਚੋਂ ਕਿਸੇ ਨੂੰ ਚੱਜ ਦੀ ਗੱਲ ਕਰ ਨਹੀਂ ਦਿੰਦੇ। ਅੱਜ ਉਹ ਲੀਡਰ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਔਰਤ ਜਾਤੀ ਬਾਰੇ ਕੀ ਕਹਿਣਾ, ਕੀ ਬੋਲਣਾ, ਅੱਜ ਉਹ ਲੀਡਰਾਂ 'ਤੇ ਐਕਸ਼ਨ ਹੋਣਾ ਚਾਹੀਦਾ। ਮੈਂ ਤਾਂ ਕਿਸੇ ਲੀਡਰ ਦੇ ਖਿਲਾਫ ਸ਼ਬਦ ਹੀ ਨਹੀਂ ਬੋਲਿਆ, ਮੈਂ ਤਾਂ ਕਿਸੇ ਲੀਡਰ ਦੇ ਖਿਲਾਫ ਕੋਈ ਅੱਜ ਤੱਕ ਬਿਆਨ ਹੀ ਨਹੀਂ ਦਿੱਤਾ, ਮੈਂ ਤਾਂ ਪਾਰਟੀ ਦੇ ਖਿਲਾਫ ਕੋਈ ਬਿਆਨ ਨਹੀਂ ਦਿੱਤਾ, ਮੈਂ ਤਾਂ ਕੋਈ ਵੀ ਗੱਲ ਹੋਈ ਡਿਫੈਂਡ ਹੀ ਕਰਦੀ ਰਹੀ। ਅੰਤ ਵਿੱਚ ਅੱਜ ਗੱਲਾਂ ਕਰਦੇ ਬੀਜੇਪੀ ਦੀਆਂ। ਬੀਜੇਪੀ ਬਾਰੇ ਬਹੁਤ ਵੱਡਾ ਸਵਾਲ ਮੈਂ ਲੈਣਾ ਚਾਹਾਂਗਾ। ਬੀਜੇਪੀ ਬਾਰੇ ਅਕਸਰ ਇਹ ਕਿਹਾ ਜਾਂਦਾ ਕਿ ਬੀਬੀ ਜਗੀਰ ਕੌਰ ਜਿਹੜਾ ਹੈਗਾ, ਕਿਤੇ ਉਹ ਕਹਿੰਦੇ ਅਕਵਾਲ ਸਿੰਘ ਲਾਲਪੁਰਾ ਜਾਂ ਕੁਝ ਹੋਰ ਲੋਕਾਂ ਦੇ ਨਾਂ ਲੈਂਦੇ ਵੀ ਉਹਦੇ ਕਰਕੇ, ਭਾਜਪਾ ਦੇ ਕਰਕੇ ਹੀ ਬੀਬੀ ਜਗੀਰ ਕੌਰ ਮੈਦਾਨ 'ਚ ਨਿਤਰੇ ਹੈ। ਛੱਜ ਤੇ ਬੋਲੇ, ਛਾਣ ਨਹੀਂ ਕੇ ਬੋਲੇ। ਗੱਲ ਦੱਸੋ ਮੈਨੂੰ, ਭਾਜਪਾ ਨਾਲ ਸਾਂਝ ਕਿਹਨੇ ਪਾਈ ਸੀ? ਭਾਜਪਾ ਨੇ ਸਾਂਝ ਕਿਹਨੇ ਪਾਈ ਸੀ? ਭਾਜਪਾ ਨਾਲ 30-40 ਸਾਲ ਕਿਹਨੇ ਐਨਡੀਏ ਨੇ ਸਮਝੌਤਾ ਕੀਤਾ ਸੀ? ਭਾਜਪਾ ਦੇ ਹੁਣੇ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਨੂੰ ਵੋਟਾਂ ਕਿਹਨੇ ਪਾਈਆਂ? ਭਾਜਪਾ ਦੇ ਵਿੱਚ ਮਨਿਸਟਰੀਆਂ ਕਿਹਨਾਂ ਨੇ ਕੀਤੀਆਂ?
ਭਾਜਪਾ ਦੇ ਵਿੱਚ ਐਮਪੀ ਕੌਣ ਬਣ ਕੇ ਗਏ, ਸਾਡੇ ਕੋਲੋਂ ਭਾਜਪਾ ਨੂੰ ਵੋਟਾਂ ਕੌਣ ਪਾਉਂਦਾ ਸੀਗਾ, ਇਹੀ ਕਰਦੇ ਸੀ ਨਾ ਜੀ। ਅਸੀਂ ਤੇ ਅੱਜ ਤੱਕ ਬਣੇ ਹੋਏ ਮੰਤਰੀ ਜਿਹੜੇ ਸਾਡੇ ਕੋਲ ਭਾਜਪਾ ਦੇ ਸੀ, ਉਹਨਾਂ ਨੇ ਮੀਟਿੰਗ ਨਹੀਂ ਕਦੀ ਕੀਤੀ। ਮੈਂ ਵੋਟਾਂ ਪਵਾ ਦਿੰਨੀ ਹੈ, ਪਰ ਮੈਂ ਕਦੀ ਉਹਨਾਂ ਨੇ ਮੀਟਿੰਗਾਂ ਨਹੀਂ ਕੀਤੀਆਂ। ਮੈਨੂੰ ਅਫਸੋਸ ਹੈ ਕਿ ਜੇ ਕਿਸੇ ਦੇ ਪੰਥਕ ਪਿੜ ਵਿੱਚ ਕੋਈ ਗੱਲ ਕੀਤੀ ਹੈ ਤੇ ਉਹਨੂੰ ਜਾਂ ਗਦਾਰ ਜਾਂ ਬਾਗੀ ਤੇ ਜਾਂ ਆਰਐਸਐਸ ਦੇ ਏਜੰਟ, ਕਾਂਗਰਸ ਦੇ ਏਜੰਟ, ਇਹਨਾਂ ਕੋਲ ਹੋਰ ਸ਼ਬਦ ਹੀ ਕੋਈ ਨਹੀਂ। ਤੁਸੀਂ ਪਹਿਲੇ ਆਗੂ ਨਹੀਂ ਜਿਨ੍ਹਾਂ ਬਾਰੇ ਕਿਹਾ ਗਿਆ, ਇਸ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ, ਕਈਆਂ ਨੇ ਮਨਪ੍ਰੀਤ ਯਾਲੀ ਬਾਰੇ ਵੀ ਕਿਹਾ, ਕਿਸੇ ਜ਼ਮਾਨਾ ਸੀ ਜਥੇਦਾਰ ਗੁਰਚਰਨ ਸਿੰਘ ਟੋੜਾ ਬਾਰੇ ਵੀ ਕਾਂਗਰਸ ਦਾ ਏਜੰਟ ਹੋਣ ਦੇ ਸ਼ਬਦਾਂ ਦੀ ਵਰਤੋਂ ਕੀਤੀ ਗਈ। ਪੇਸ਼ ਨਹੀਂ ਜਾਂਦੀ ਨਾ, ਪੇਸ਼ ਨਹੀਂ ਜਾਂਦੀ। ਮੈਂ ਤਾਂ ਹੀ ਤਾਂ ਕਿਹਾ ਵੀ ਉਹ ਕਿਉਂ ਬੋਲਦੇ ਆ ਜਿਹੜੇ ਕਿ ਜਾ ਕੇ ਉਹਨਾਂ ਦੇ ਮੁਖੀ ਆਰਐਸਐਸ ਦੇ ਪੈਰਾਂ 'ਚ ਜਾ ਕੇ ਪੈਂਦੇ ਆ, ਉਹ ਕਿਉਂ ਬੋਲਦੇ ਆ ਜਿਹੜੇ ਅਸੀਂ ਕਹਿੰਦੇ ਸੀ ਵੀ ਨਾ ਕਰੋ। ਮੈਂ ਆਰਐਸਐਸ ਦੇ ਖਿਲਾਫ ਮਤਾ ਪਾਤਾ, ਪਿਛਲੀ ਵਾਰੀ ਪ੍ਰਧਾਨ ਸੀ, ਮੈਨੂੰ ਪਤਾ ਹੈ ਕਿ ਮੈਨੂੰ ਕਿੰਨੀ ਵਾਰੀ ਕਿਹਾ ਗਿਆ ਕਿ ਤੁਸੀਂ ਕਿੱਦਾਂ ਮਤਾ ਪਾਤਾ, ਕਿਹਦੇ ਕਹਿਣ ਤੇ ਪਾਤਾ। ਜਗੀਰ ਕੌਰ ਨੇ ਪਾਇਆ ਸੀ ਵੀ ਆਰਐਸਐਸ ਕਿਸੇ ਸਿੱਖ ਮਸਲੇ 'ਚ ਦਖਲਅੰਦਾਜ਼ੀ ਨਾ ਕਰੇ, ਤਾੜਨਾ ਕੀਤੀ। ਮੇਰਾ ਕਹਿਣ ਤੋਂ ਭਾਵ ਇੱਕ ਜਗੀਰ ਕੌਰ ਹੈ ਜਿਹੜੀ ਆਪਣੇ ਇਲਾਕੇ 'ਚ ਕਦੀ ਕੋਈ ਐਮਸੀ ਨਹੀਂ ਬਣਾਇਆ ਕਿਸੇ ਨੇ, ਕੱਲਾ ਸ਼੍ਰੋਮਣੀ ਅਕਾਲੀ ਦਲ ਦਾ ਇਲਾਕਾ ਜਾਂ ਕਾਂਗਰਸ ਨੂੰ ਵੋਟ ਪੈਂਦੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਪੈਂਦੀ ਹੈ। ਫਿਰ ਵੀ ਭਾਜਪਾ ਨੂੰ ਵੋਟ ਇਹਨਾਂ ਦੇ ਕਹਿਣ 'ਤੇ ਪਾਈ ਦੀ ਸੀ। ਲੋਕ ਕਹਿੰਦੇ ਸੀ ਅਸੀਂ ਉੱਥੇ ਫੁੱਲ ਲਾਣਾ ਨਹੀਂ, ਲਾਉਣੀ ਤੱਕੜੀ ਹੈ, ਵੋਟ ਪਾਵਾਂਗੇ ਫੁੱਲ ਨੂੰ। ਇੱਕ ਇਸ ਮਾਮਲੇ 'ਚ ਮਜਬੂਰੀਆਂ ਦੇਖੋ ਤੁਸੀਂ ਜੀ, ਇਸ ਮਾਮਲੇ ਜਿੱਦਾਂ ਤੁਸੀਂ ਕਹਿ ਰਹੇ ਹੋ, ਕੋਈ ਇਹਨਾਂ ਨੇ ਕਿਹਾ, ਇਸੇ ਲੀਡਰਸ਼ਿਪ ਨੇ ਕਿਹਾ ਕਿ ਜਥੇਦਾਰ ਗੁਰਚਰਨ ਸਿੰਘ ਟੋੜਾ ਦੇ ਖਿਲਾਫ ਤੁਸੀਂ ਪ੍ਰਧਾਨਗੀ ਦੀ ਚੋਣ ਲੜੋ। ਤੁਸੀਂ ਜਿੱਦਾਂ ਕਹਿ ਰਹੇ ਹੋ ਕਿ ਇਹਨਾਂ ਦਾ ਹਰ ਹੁਕਮ ਮੰਨਿਆ ਤੇ ਤੁਸੀਂ ਚੋਣ ਲੜੀ। ਅੱਜ ਉਹੀ ਜਿਹੜਾ ਹੈਗਾ ਚਿਹਰਾ ਹੈਗਾ, ਜਦੋਂ ਪ੍ਰਧਾਨਗੀ ਦੀ ਚੋਣ ਲੜ ਲਈ ਆਪ ਕਹਿ ਰਿਹਾ ਤਾਂ ਉਹਨੂੰ ਕਿਹਾ ਕਹਿਣ ਦਾ ਕੁਝ ਕੀਤਾ ਜਾ ਰਿਹਾ। ਮੈਂ 4 ਵਾਰੀ ਬਣੀ ਹੈ ਤੇ 4 ਵਾਰੀ ਮੈਂ ਨਹੀਂ ਕਿਹਾ, ਇਹਨਾਂ ਘਰੋਂ ਬੁਲਾ ਕੇ ਕਿਹਾ, ਆਪ ਕਿਹਾ। ਟੋੜਾ ਸਾਹਿਬ ਨੂੰ ਲਾਉਣਾ ਇਹਨਾਂ ਦੀ ਮਜਬੂਰੀ ਸੀ, ਮੇਰੀ ਕੋਈ ਨਹੀਂ ਸੀ। ਦੁਸ਼ਮਣੀ ਮੇਰੀ ਸਾਰਿਆਂ ਨੇ ਪਵਾਈ, ਬੜਾ ਮੈਂ ਵੱਡਾ ਜੋਖਮ ਚੱਲਿਆ ਇਹਨਾਂ ਕਾਰਨਾਂ ਕਰਕੇ। ਮੈਂ ਧੰਨਵਾਦੀ ਹਾਂ ਕਿ ਇਹਨਾਂ ਨੇ ਮੇਰਾ ਇਤਿਹਾਸ ਵੀ ਬਣਾਇਆ। 90 ਸਾਲ ਦੇ ਇਤਿਹਾਸ ਵਿੱਚ ਇੱਕ ਔਰਤ ਦੇ ਹੋਣ ਦੇ ਨਾਤੇ ਮੈਨੂੰ ਇਹਨਾਂ ਸੇਵਾ ਦਿੱਤੀ ਹੈ। ਇਹਦੀ ਦੀ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਕਰਜ਼ਾਈ ਹੈ, ਰਿਣੀ ਹੈ, ਖਾਲਸਾ ਪੰਥ ਦੀ ਰਿਣੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂ ਰਿਣੀ ਹੈ, ਮੈਂਬਰਾਂ ਦੀ ਰਿਣੀ ਹੈ। ਪਰ ਗੱਲ ਇਹ ਹੈ ਕਿ ਜਿਸ ਨੂੰ ਤੁਸੀਂ ਐਡਾ ਵਿਸ਼ਵਾਸ ਉਦੋਂ ਕੀਤਾ ਕਿ 1 ਸਾਲ 2 ਸਾਲ ਮੈਨੂੰ ਆਈ ਨੂੰ ਹੋਣ, ਐਡੀ ਸੰਸਥਾ, ਐਡੇ ਮਨੁੱਖ ਤੋਂ ਬਾਅਦ, ਐਡੀ ਪਰਸਨੈਲਿਟੀ ਤੋਂ ਬਾਅਦ ਮੈਨੂੰ ਸੰਭਾਲ ਰਹੇ ਹੋ, ਕੁਛ ਦੇਖ ਕੇ ਸੰਭਾਲਿਆ ਹੋਊਗਾ। ਫਿਰ 4 ਵਾਰੀ ਜਿਹੜੀ ਬਣੀ ਹੈ, ਇੱਕ ਵੀ ਕਿੰਤੂ ਕਰ ਦੇਣ, ਇੱਕ ਵੀ ਜਿਹੜਾ ਗੁਰਮਤਿ ਦੇ ਖਿਲਾਫ ਕੰਮ ਕੀਤਾ ਹੋਵੇ, ਜਿਹੜਾ ਮੈਂ ਉੱਤੇ ਮੇਰੇ ਕਰੈਕਟਰ ਦੇ ਉੱਤੇ ਕੋਈ ਕਿੰਤੂ ਕਰ ਦੇਣ ਜਾਂ ਮੇਰੇ ਇਮਾਨਦਾਰੀ ਦੇ ਉੱਤੇ ਕੋਈ ਦਾਗ ਲਾ ਦੇਣ। ਸਰਕਾਰ 'ਚ ਰਹੀ ਹੈ, ਇੱਕ ਵੀ ਮੇਰੇ ਤੇ ਕਿੰਤੂ ਕਰਨ। ਮੈਂ ਕਹਿ ਕੇ ਆਈ ਸੀ ਮੇਰੇ ਤੇ ਕੋਈ ਕਿੰਤੂ ਕਰੋ, ਕਹਿੰਦੇ ਕੋਈ ਨਹੀਂ। ਸੇਵਾ ਤੇ ਕਰੋ, ਕੋਈ ਨਹੀਂ। ਇਮਾਨਦਾਰੀ ਤੇ ਕਰੋ, ਕੋਈ ਨਹੀਂ। ਕਰੈਕਟਰ ਤੇ ਕਰੋ, ਕੋਈ ਨਹੀਂ। ਕਿੱਥੇ ਮੈਂ ਨਹੀਂ ਗਈ ਤੁਹਾਡੇ ਨਾਲ, ਕਿੱਥੇ ਮੈਂ ਨਹੀਂ ਜ਼ਿੰਮੇਵਾਰੀ ਸੰਭਾਲੀ, ਜਿਹੜੀ ਜ਼ਿੰਮੇਵਾਰੀ ਸੰਭਾਲੀ ਟੁੱਟ ਕੇ ਕੀਤੀ ਹੈ। ਪਰ ਮੈਨੂੰ ਅੱਜ ਖੁਸ਼ੀ ਹੈ ਕਿ ਮੈਂ ਕਮ ਸੋ ਕਮ ਆਪਣੀ ਮਰਜ਼ੀ ਨਾਲ ਤੁਰੀ ਹੈ। ਸ਼੍ਰੋਮਣੀ ਅਕਾਲੀ ਦਲ ਮੇਰੀ ਰਗਾਂ 'ਚੋਂ ਕੋਈ ਨਹੀਂ ਕੱਢ ਸਕਦਾ। 100 ਸਾਲ ਦਾ ਇਤਿਹਾਸ ਹੈ ਸਾਡਾ। 1920 ਤੋਂ ਅਕਾਲੀ ਦਲ ਬਣਿਆ। 1920 ਤੋਂ ਲੈ ਕੇ ਸਾਡੇ ਮਹਾਂਪੁਰਖ ਸੰਤ ਬਾਬਾ ਪ੍ਰੇਮ ਸਿੰਘ ਮਰਾਲੇ ਵਾਲੇ ਜਿਹੜੇ ਰਿਸ਼ਤੇ 'ਚ ਮੇਰੇ ਤਾਇਆ ਸਹੁਰਾ, 1922 'ਚ ਪਹਿਲੀ ਕਮੇਟੀ ਬਣੀ, ਉਦੋਂ ਨਾਮਜ਼ਦ ਹੋਏ। 50 ਤੱਕ 6 ਚੋਣਾਂ ਲੜੀਆਂ, ਜਿੱਤੇ, ਮੈਂਬਰ ਰਹੇ। 28 ਸਾਲ ਲਗਾਤਾਰ ਮੈਂਬਰ ਰਹੇ। 2 ਵਾਰ MLA 37 ਤੇ 46 'ਚ ਬਣੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਅਨਡਿਵਾਈਡਡ ਕੰਟਰੀ 'ਚ। ਮੇਰੇ ਪਿਤਾ ਜੀ ਸਹੁਰਾ ਸਾਹਿਬ 1950 ਤੋਂ ਬਾਅਦ 12 ਸਾਲ ਮੈਂਬਰ SGPC ਰਹੇ। ਫਿਰ ਇਹ MLA ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਨਾਲ ਰਹੇ ਫੋਰੈਸਟ ਮਿਨਿਸਟਰੀ ਦੇ ਵਿੱਚ ਜੀ। ਉਸ ਤੋਂ ਬਾਅਦ 96 ਤੋਂ ਲੈ ਕੇ ਮੈਂ, ਭਾਵੇਂ ਪਹਿਲਾਂ ਮੈਂ ਉਹਦਾ ਸੇਵਾ ਕਰ ਰਹੀ ਸੀ, ਪਰ 96 ਤੋਂ ਪਹਿਲੀ ਚੋਣ ਲੜੀ। 26 ਸਾਲ ਦਾ ਸਮਾਂ ਮੈਨੂੰ ਹੋ ਗਿਆ SGPC ਦੇ ਵਿੱਚ, ਔਰ ਲਗਾਤਾਰ ਪਾਰਟੀ ਵਾਸਤੇ ਆਪਣਾ ਖੂਨ ਪਸੀਨਾ ਡੋਲਿਆ, ਕਿਉਂਕਿ ਮੇਰੇ ਬਜ਼ੁਰਗਾਂ ਦੀ ਇਹ ਸੀ 100 ਸਾਲ ਦੀ ਸਾਡੀ ਵਿਰਾਸਤ। 28 12 40 26 66 ਸਾਲ ਦੀ ਸ਼੍ਰੋਮਣੀ ਕਮੇਟੀ ਦੀ ਸੇਵਾ ਅਸੀਂ ਕੀਤੀ ਹੈ। ਕੋਈ ਦਾਗ ਲਾ ਦੇਵੇ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਚੋਲੇ ਨੂੰ, ਕੋਈ ਦਾਗ ਲਾ ਦੇਵੇ ਮੇਰੇ
ਪਿਤਾ ਜੀ ਸਰਦਾਰ ਹਰਨਾਮ ਸਿੰਘ ਜੀ, ਬਾਬਾ ਨਾਮ ਸਿੰਘ ਜੀ ਨੂੰ 26 ਸਾਲ ਦੀ ਕੀਤੀ ਸੇਵਾ ਦੇ ਵਿੱਚ ਕੋਈ ਮੇਰੇ ਤੇ ਕਿੰਤੂ ਕਰ ਦੇਵੇ ਜੀ। ਪਾਰਟੀ ਵਾਸਤੇ, ਕੌਮ ਵਾਸਤੇ ਖੂਨ ਪਸੀਨਾ ਡੋਲ ਕੇ ਸੇਵਾ ਕੀਤੀ ਹੈ, ਨਿਸ਼ਕਾਮ ਕੀਤੀ ਹੈ। ਕੋਈ ਵਿਅਕਤੀ, ਮੈਂ ਫਿਰ ਵੀ ਕਹਿੰਨੀ ਹੈ, ਕੋਈ ਇੱਕ ਵਿਅਕਤੀ ਵਿਦ ਸਬੂਤ ਮੇਰੇ ਤੇ ਇਲਜ਼ਾਮ ਲਾਵੇ ਕਿ ਕਦੀ ਕਿਸੇ ਕੰਮ ਦੇ ਬਦਲੇ 'ਚ ਸਰਕਾਰ ਵਿੱਚ ਹੁੰਦੇ ਆ ਜਾਂ ਸ਼੍ਰੋਮਣੀ ਕਮੇਟੀ 'ਚ ਹੁੰਦੇ ਆ ਆਪਣੀ ਪਦਵੀ ਦੀ ਯੂਟਿਲਾਈਜ਼ ਕਰਦੇ ਹੋਏ ਆ, ਜਾਂ ਕਿਸੇ ਕਮਿਸ਼ਨ ਦਾ 1 ਰੁਪਈਆ ਵੀ ਕਿਸੇ ਕੋਲ ਮੰਗਿਆ ਹੋਵੇ, ਜਾਂ ਕਿਸੇ ਨੂੰ ਕੰਮ ਕਰਨ ਦੇ ਬਦਲੇ ਵਿੱਚ ਕੁਝ ਮੈਂ ਬੈਕ ਕੀਤਾ ਹੋਵੇ, ਮੈਂ ਹਮੇਸ਼ਾ ਇਹ ਗੱਲ ਕਹੀ ਹੈ ਕਿ ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਆਪਣੀ ਸੇਵਾ ਕੀਤੀ ਹੈ, ਕੌਮ ਨੂੰ ਸੇਵਾ ਪ੍ਰਵਾਨ ਹੈ, ਹਮੇਸ਼ਾ ਸਤਿਕਾਰ ਕੀਤਾ। ਅੱਜ ਵੀ ਜੇ ਇਹ ਸਟੈਪ ਚੁੱਕਿਆ ਤੇ ਸਾਰੀ ਕੌਮ ਸ਼ਾਬਾਸ਼ ਵੀ ਦੇ ਰਹੀ ਹੈ, ਤਕੜੇ ਹੋਣ ਲਈ ਵੀ ਕਹਿ ਰਹੀ ਹੈ। ਮੈਨੂੰ ਕੋਈ 2-4 ਬੋਲਣ ਵਾਲਿਆਂ ਦੇ ਸਰਟੀਫਿਕੇਟ ਦੀ ਬਿਲਕੁਲ ਤੁਸੀਂ ਗੁਰੂ ਰਾਮਦਾਸ ਦੇ ਘਰ ਦੀ ਜੀ, ਬਿਲਕੁਲ ਵੱਡੀ ਗੱਲ ਤੁਸੀਂ ਕਹਿ ਰਹੇ ਹੋ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਤੁਹਾਡਾ ਜਿਹੜਾ ਪਰਿਵਾਰਕ ਪਿਛੋਕੜ ਹੈ, ਜਿਸ ਤਰੀਕੇ ਨਾਲ ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਘਰ ਦੀ ਸੇਵਾ ਕਰਦੇ ਆ ਰਹੇ ਹੋ, ਤੁਸੀਂ ਲੰਬਾ ਸਮਾਂ ਇਸ ਲੀਡਰਸ਼ਿਪ ਦੇ ਨਾਲ ਕੰਮ ਕਰਦਾ ਹੈ। ਬੀਬਾ ਜੀ, ਇਹ ਗੱਲ ਬਾਰ-ਬਾਰ ਕਿਉਂ ਉੱਠਦੀ ਹੈ ਕਿ ਬਾਦਲ ਪਰਿਵਾਰ ਜਿਹੜਾ ਹੈਗਾ, ਸਾਰੀਆਂ ਸਿੱਖ ਸੰਸਥਾਵਾਂ, ਅਕਾਲੀ ਦਲ, ਐਸਜੀਪੀਸੀ, ਸਾਰਿਆਂ ਤੇ ਇੱਕ ਪਰਿਵਾਰ ਦਾ ਕਬਜ਼ਾ ਹੈ? ਇਹ ਇੱਕ ਪ੍ਰਾਪੇਗੰਡਾ ਹੈ ਜਾਂ ਇਹਦੇ 'ਚ ਕੋਈ ਸੱਚਾਈ ਹੈ ਇਸ ਗੱਲ 'ਚ? ਹੁਣ ਕਬਜ਼ਾ ਤੇ ਮੈਂ ਤੇ ਚਲੋ ਇਹ ਕਹਿੰਦੀ ਸੀ ਵੀ ਨਾ ਹੀ ਮੈਂ ਗੱਲ ਕਵਾਂ। ਅੱਜ ਤੁਸੀਂ ਦੇਖ ਹੀ ਲਿਆ ਕਿ ਜੇ ਕੋਈ ਆਪ ਕਹਿੰਦਾ ਹੈ ਕਿ 2-4 ਮੈਂਬਰਾਂ ਦੇ ਵਿੱਚੋਂ ਬਿਠਾ ਲਓ ਸਾਰਿਆਂ ਨੂੰ, 2-4 ਨਾਂ ਤੇ ਆਉਣੇ ਹੀ ਹੁੰਦੇ ਆ, 2-3 ਨਾਂ ਹਮੇਸ਼ਾ ਹੀ ਉੱਥੇ ਚੋਣ ਲੜਦੇ ਆ। 2 ਕੈਂਡੀਡੇਟ ਪ੍ਰਧਾਨਗੀ ਲਈ ਆਉਂਦੇ ਹੀ ਹੁੰਦੇ ਹਮੇਸ਼ਾ ਹੀ। ਟੌੜਾ ਸਾਹਿਬ ਦੀ ਚੋਣ ਆਈ 2 ਨਾਂ ਆਏ, ਤਲਵੰਡੀ ਦੀ ਆਈ ਤਾਂ ਵੀ 2 ਨਾਂ ਆਏ, ਬਡੂੰਗਰ ਸਾਹਿਬ ਦੀ ਹੋਈ ਤਾਂ ਵੀ 2 ਨਾਂ ਆਏ, ਮੇਰੀ ਆਈ ਤਾਂ ਵੀ 2 ਨਾਂ ਆਏ, ਜੇ ਆ ਪਿੱਛੇ ਧਾਮੀ ਸਾਹਿਬ ਦੀ ਹੋਈ ਤਾਂ ਵੀ 2 ਨਾਂ ਆਏ। 2 ਨਾਂ ਤੇ ਆਉਣੇ ਹੀ ਹੁੰਦੇ ਆ। ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਬਿਠਾ ਕੇ ਸਾਰੇ ਮੈਂਬਰਾਂ ਨੂੰ 2 ਨਾਂ ਕੋਈ ਫਲੋਟ ਕਰ ਦਿਓ। ਤੁਸੀਂ ਜਿਹਨੂੰ ਜਿਤਾਉਣਾ ਚਾਹੁੰਦੇ ਹੋ, ਮੰਨ ਲਓ ਮੈਨੂੰ ਨਹੀਂ ਜਿਤਾਉਣਾ ਚਾਹੁੰਦੇ, ਤੁਸੀਂ ਦੂਜੇ ਦੀ ਅੰਦਰ ਖਾਤੇ ਮਦਦ ਕਰ ਲਓ। ਲੋਕਾਂ 'ਚ ਤੇ ਚਲੀ ਜਾਵੇ ਨਾ ਗੱਲ ਵੀ ਡੈਮੋਕ੍ਰੈਟਿਕ ਵੇ ਦੇ ਨਾਲ ਲਿਫਾਫਾ ਕਲਚਰ ਖਤਮ, ਆਜ਼ਾਦਾਨਾ ਢੰਗ ਦੇ ਨਾਲ ਡੈਮੋਕ੍ਰੇਸੀ ਦੇ ਅਨੁਸਾਰ 2 ਕੈਂਡੀਡੇਟ ਖੜੇ ਹੋਏ ਆ। ਇਹ ਬਾਰ-ਬਾਰ ਜੀ ਬੀਬਾ ਜੀ, ਬਾਰ-ਬਾਰ ਇਹ ਗੱਲ ਇਹ ਵੀ ਕਹਿੰਦੇ ਆ ਕਿ ਅਸੀਂ ਅਨਅਫੀਸ਼ੀਅਲੀ ਵੀ ਮੀਡੀਆ 'ਚ ਵੀ ਕਿਧਰ ਇਸ ਦਾ ਜ਼ਿਕਰ ਹੈ ਕਿ ਅਸੀਂ ਬੀਬਾ ਜੀ ਨੂੰ ਕਿਹਾ ਸੀ ਕਿ ਅਗਲੀ ਵਾਰੀ ਤੁਸੀਂ ਪ੍ਰਧਾਨਗੀ ਲੈ ਲਓ, ਐਤਕੀ ਵਾਰ ਚੋਣ ਨਾ ਲੜੋ। ਇਹੋ ਜਿਹੀ ਪੇਸ਼ਕਸ਼ ਵੀ ਕਹਿੰਦੇ ਕੀਤੀ ਗਈ ਹੈ। ਡੀਲ ਕੋਈ ਕਰਨੀ ਮੈਂ ਕਿਸੇ ਨਾਲ, ਮੈਂ ਕੋਈ ਡੀਲ ਕਰਨੀ ਉਹਨਾਂ ਨਾਲ। ਇੱਕ ਦਿਨ ਦਾ ਅਗਲੇ ਦਾ ਨਹੀਂ ਪਤਾ। ਮੇਰਾ ਦੇਖੋ, ਮੇਰੀ ਪ੍ਰਧਾਨਗੀ ਦਾ ਤੇ ਮੈਨੂੰ ਕੋਈ ਮਤਲਬ ਹੀ ਨਹੀਂ ਜੀ, ਬਣਾ ਨਾ ਬਣਾ। ਮੈਨੂੰ ਤਾਂ ਇੱਕੋ ਹੀ ਹੈ ਕਿ ਮੈਂ ਸਿਸਟਮ ਚੇਂਜ ਕਰਨ ਲਈ ਕਿਹਾ ਸੀ। ਜੇ ਸਿਸਟਮ ਚੇਂਜ ਕਰਨ ਵਾਸਤੇ ਕਿਹਾ, ਇੰਨੀ ਦੂਰੀ ਕਾਹਦੀ ਕਿ ਤੁਸੀਂ ਇੱਕਦਮ ਬਾਹਰ ਹੀ ਕੱਢ ਦਿਓ। ਹੁਣ ਤੇ ਇਹਨੇ ਆਪ ਹੀ ਤੋੜਤੀ ਨਾ, ਮੈਨੂੰ ਆਪ ਹੀ ਤੋੜਤਾ ਨਾ, ਵੀ ਜਾ ਲੜ, ਤੇਰੀ ਸਾਨੂੰ ਲੋੜ ਨਹੀਂ। ਅਕਾਲੀ ਦਲ ਦੇ ਅੰਦਰ ਜਿਹੜਾ ਹੈਗਾ ਕੋਈ ਜਿਹੜੀ ਆਪਾਂ ਕਰਦੇ ਹਾਂ ਕਿ ਅਸੀਂ ਤਾਂ ਬੜਾ, ਸਾਡਾ ਜਿਹੜਾ ਪਿਛੋਕੜ ਹੈ ਕਿ ਡੈਮੋਕ੍ਰੇਸੀ ਦੀ, ਜਮਹੂਰੀਅਤ ਦੀ ਗੱਲ ਗੁਰੂ ਸਾਹਿਬਾਨ ਨੇ ਵੀ ਸਾਨੂੰ ਇਹ ਸਿਖਾਇਆ। ਅਕਾਲੀ ਦਲ ਅੰਦਰ ਕਿ ਕੋਈ ਡੈਮੋਕ੍ਰੇਸੀ ਦੀ ਥਾਂ ਹੀ ਨਹੀਂ, ਕੋਈ ਸੁਣਵਾਈ ਨਹੀਂ। ਇੱਦਾਂ ਹੀ ਐਸਜੀਪੀਸੀ ਜਿਹੜਾ ਜਨ ਹਾਊਸ ਆ ਉਹਦੇ 'ਚ ਵੀ ਕਹਿੰਦੇ ਕਿ ਕੋਈ ਇੱਦਾਂ ਦੀ ਸੁਣਵਾਈ ਨਹੀਂ ਹੁੰਦੀ। ਆ ਡੈਮੋਕ੍ਰੇਸੀ ਹੈ ਜੀ, ਪਾਰਟੀ ਦੀ ਕੋਈ ਕੋਰ ਕਮੇਟੀ ਨਹੀਂ, ਪਾਰਟੀ ਦਾ ਕੋਈ ਢਾਂਚਾ ਨਹੀਂ, ਸਾਰਾ ਕੁਝ ਭੰਗ ਹੈ। ਪ੍ਰਧਾਨ ਸਾਹਿਬ ਨੇ ਇਕੱਲੇ ਹੀ ਐਲਾਨ ਕਰਨੇ ਹੈ, ਇਕੱਲੇ ਸਭ ਕੁਝ ਕਰਨਾ ਹੀ ਡੈਮੋਕ੍ਰੇਸੀ। ਇਹ ਤਾਂ ਸ਼ੁਕਰ ਹੈ ਕਿ ਐਲਾਨ ਕਰਤਾ ਅੱਜ, ਬਸ ਇਹ ਮੈਂ ਧੰਨਵਾਦ ਕਰਦਾ। ਮੌਜੂਦਾ ਸਥਿਤੀ 'ਚ ਲੱਗਦਾ ਹੈ ਕਿ ਤੁਸੀਂ ਜਿੱਦਾਂ ਇੱਕ ਵੱਡੀ ਮੁਹਿੰਮ ਲੈ ਕੇ ਤੁਰੇ ਹੋ ਅਕਾਲੀ ਦਲ ਨੂੰ ਸਹੀ ਸੇਧ ਦੇਣ ਲਈ, ਸਿੱਖ ਪੰਥ ਨੂੰ ਸਹੀ ਸੇਧ ਦੇਣ ਲਈ, ਕਿ ਲੱਗਦਾ ਹੈ ਕਿ ਜਿਹੜੇ ਵਾਕਈ ਇੱਦਾਂ ਦੇ ਹੋਰ ਸਿੱਖ ਸੰਸਥਾਵਾਂ ਨਾਲ ਜੁੜੇ ਹੋਈਆਂ ਹਸਤੀਆਂ ਹੈਗੀਆਂ, ਨੇਤਾ ਹੈਗੇ ਆ, ਢੀਂਡਸਾ ਹੈਗੇ ਆ, ਮਨਪ੍ਰੀਤ ਆਲੀ ਹੈ, ਜਾਂ ਹੋਰ ਜਿਨ੍ਹਾਂ ਦੇ ਮੈਂ ਨਾਂ ਸਾਰਿਆਂ ਦੇ ਨਾਂ ਵੀ ਲੈ ਸਕਾਂ, ਉਹਨਾਂ ਨਾਲ ਬਾਅਦ 'ਚ ਵੀ ਸੰਪਰਕ ਕਰੋਗੇ ਕਿ ਕੋਈ ਇੱਦਾਂ ਦਾ ਪੰਥ ਦਾ ਚਿਹਰਾ ਮੋਹਰਾ ਜਾਂ ਪੰਥ ਨੂੰ ਅਗਵਾਈ ਦੇਣ ਲਈ ਕੋਈ ਇੱਕ ਪਲੇਟਫਾਰਮ ਹੋਣਾ ਚਾਹੀਦਾ? ਮੈਂ ਕੇਵਲ ਪੰਜਾਬ ਦੇ ਪੰਥ ਹਿਤੈਸ਼ੀਆਂ ਨਾਲ ਨਹੀਂ ਜੀ, ਮੈਂ ਦੇਸ਼ ਦੇ ਕਿਸੇ ਕੋਨੇ 'ਚ ਵੀ ਬੈਠਾ ਪੰਥ ਹਿਤੈਸ਼ੀ ਹੈ, ਮੈਂ ਆਪ ਅਪਰੋਚ ਕਰਾਂਗੀ। ਕਿਸੇ ਵੀ ਪਾਰਟੀ ਵਿੱਚ ਬੈਠੇ ਸਿੱਖ ਜਿਹੜੇ ਵੱਡੀ ਸੋਚ ਰੱਖਦੇ ਹੋਣ, ਗੁਰੂ ਦੇ ਵਿੱਚ ਪੰਥ ਨਾਲ ਪਿਆਰ ਕਰਨ ਵਾਲੇ ਹੋਣ, ਕਿਸੇ ਪਾਰਟੀ ਸਿਆਸੀ ਤੌਰ ਤੇ ਹੋ ਸਕਦੇ ਹੈ, ਪਰ ਸਿੱਖ ਕਿਤੇ ਵੀ ਬੈਠਾ ਨਾ, ਉਹਦਾ ਸਤਿਕਾਰ ਤੇ ਸ਼ਰਧਾ ਗੁਰੂ ਨਾਲ ਬਣਿਆ ਹੁੰਦਾ ਹੈ। ਕੋਈ ਸਾਨੂੰ ਸੁਝਾਅ ਦੇ ਸਕੇਗਾ, ਕੋਈ ਸਾਨੂੰ ਸੇਧ ਦੇ ਸਕੇਗਾ, ਮੈਂ ਸਭ ਦੇ ਵਾਸਤੇ, ਵਿਦੇਸ਼ਾਂ 'ਚ ਬੈਠੇ ਸਿੱਖਾਂ ਵਾਸਤੇ ਵੀ ਮੈਂ ਹਮੇਸ਼ਾ
ਆਪਣੀ ਝੋਲੀ ਅੱਡ ਕੇ ਉਹਨਾਂ ਕੋਲੋਂ ਇਹ ਬੇਨਤੀ ਕਰਨ ਜਾਵਾਂਗੇ ਕਿ ਆਓ ਸਹਿਯੋਗ ਦਿਓ, ਇਸ ਪੰਥ ਨੂੰ ਉੱਚਾ ਚੁੱਕੀਏ ਔਰ ਏਕਤਾ ਤੇ ਗੁਰੂ ਘਰ ਦੀ ਮਰਿਆਦਾ ਨੂੰ ਹੋਰ ਚੰਗੀ ਤਰ੍ਹਾਂ ਵਧਾ ਸਕੀਏ। ਜੇ ਤੁਸੀਂ ਸਹਿਯੋਗ ਦੀ ਗੱਲ ਕਰਦੇ ਹੋ, ਕਈ ਵਾਰੀ ਜਿਵੇਂ ਕੋਈ ਪੰਥਕ ਹਸਤੀਆਂ ਆਗੂ ਹੈਗੇ ਆ, ਜਥੇਦਾਰ ਬਲਜੀਤ ਸਿੰਘ ਦਾਦੂਵਾਲ ਹੈ, ਕੁਝ ਹੋਰ ਇਦਾਂ ਦੇ ਚਿਹਰੇ ਹੈਗੇ ਆ ਜਿਹੜੇ ਕਹਿੰਦੇ ਕਿ ਬੀਬੀ ਜਗੀਰ ਕੌਰ ਨੇ ਠੀਕ ਆਵਾਜ਼ ਉਠਾਈ ਹੈ, ਠੀਕ ਉਪਰਾਲਾ ਕੀਤਾ ਹੈ, ਪਰ ਉਹਨਾਂ ਬਾਰੇ ਕਿਹਾ ਜਾਂਦਾ ਹੈ ਕਿ ਜੀ ਇਹ ਤਾਂ ਕੋਈ ਕਹਿੰਦੇ ਖੱਟਰ ਨਾਲ ਮਿਲਿਆ ਹੈ, ਕੋਈ ਕਹਿੰਦੇ ਭਾਜਪਾ ਨਾਲ ਮਿਲਿਆ ਹੈ। ਇਹ ਸਾਰੇ ਉਹ ਲੋਕ ਹੈ ਜਿਹੜੇ ਭਾਜਪਾ ਦੇ ਕਹਿਣ ਦੇ ਉੱਤੇ ਬੀਬੀ ਦੀ ਹਮਾਇਤ ਕਰ ਰਹੇ ਆ। ਨਾ ਦਾਦੂਵਾਲ ਸਾਹਿਬ ਦਾ ਮੇਰੇ ਕੋਲ ਫੋਨ ਵੀ ਹੈ ਨਹੀਂ, ਕਦੀ ਜ਼ਿੰਦਗੀ 'ਚ ਟੈਲੀਫੋਨ 'ਤੇ ਗੱਲ ਨਹੀਂ ਕੀਤੀ, ਕਦੀ ਜ਼ਿੰਦਗੀ 'ਚ ਮਿਲੀ ਨਹੀਂ, ਕਦੀ ਉਹਨਾਂ ਨਾਲ ਮੇਰੀ ਮੁਲਾਕਾਤ ਨਹੀਂ ਹੋਈ। ਇੱਕ ਜਗੀਰ ਕੌਰ ਹੈ, ਸਭ ਤੋਂ ਵੱਧ ਖਿਲਾਫ ਜੇ ਕਿਤੇ ਬੋਲੀ ਹੋਵੇਗੀ ਤੇ ਜਗੀਰ ਕੌਰ ਬੋਲੀ ਹੈਗੀ। ਉਹਨਾਂ ਨੇ ਸ਼ਾਇਦ ਇਸ ਕਰਕੇ ਕਹਿਤਾ ਹੋਵੇ ਬਾਦਲ ਸਾਹਿਬ ਦੇ ਕਰਕੇ ਵੀ ਬਾਦਲਾਂ ਦੇ ਖਿਲਾਫ, ਕਿਉਂਕਿ ਉਹ ਬਾਦਲਾਂ ਦੇ ਖਿਲਾਫ ਬੋਲਦੇ ਹੈ, ਸਾਡੇ ਖਿਲਾਫ ਵੀ ਤਾਂ ਹੀ ਬੋਲਦੇ ਸੀ, ਉਹ ਬਾਦਲਾਂ ਦੇ ਖਿਲਾਫ ਬੋਲਦੇ। ਦਾਦੂਵਾਲ ਸਾਹਿਬ ਜਦੋਂ ਇਹਨਾਂ ਨੇ ਕਮੇਟੀ 'ਚ ਪਾਏ ਆ, ਕਿਹਨੇ ਪਾਏ ਸੀ? ਪ੍ਰਧਾਨ ਸਾਹਿਬ ਧਾਮੀ ਨੇ ਪਾਏ ਨਾ। ਅੱਜ ਮੇਰੀ ਸਾਂਝ ਦੱਸਦੇ ਆ ਤੇ ਧਾਮੀ ਨੇ ਕਾਹਤੋਂ ਬੁਲਾਇਆ ਸੀ ਉੱਥੇ? ਇੱਕ ਕਮੇਟੀ, ਪੰਥਕ ਕਮੇਟੀ ਬਣਾਈ ਸੀ ਨਾ 9 ਮੈਂਬਰੀ, ਤੇ ਦਾਦੂਵਾਲ ਨੂੰ ਸਭ ਤੋਂ ਉੱਤੇ ਰੱਖਿਆ ਸੀ। ਮੈਂ ਗੁੱਸਾ ਕੀਤਾ, ਮੈਂ ਬਾਲ ਸਾਹਿਬ ਨੂੰ ਜਾ ਕੇ ਕਿਹਾ ਕਿ ਪੰਥਕ ਕਮੇਟੀ ਵਿੱਚ ਹਰਿਆਣਾ ਕਮੇਟੀ ਜਿਹੜਾ ਪ੍ਰਧਾਨ ਬਣਾਇਆ ਗਿਆ ਦੂਜੀਆਂ ਪਾਰਟੀਆਂ ਵੱਲੋਂ, ਤੁਸੀਂ ਕਿੱਦਾਂ ਇੱਥੇ ਬੁਲਾ ਲਿਆ? ਜਗੀਰ ਕੌਰ ਨੇ ਕਿਹਾ ਸੀ। ਸਿੱਖ ਸੰਸਥਾਵਾਂ ਦੇ ਜਦੋਂ ਨਗਾਰ ਦੀ ਗੱਲ ਕਰਦੇ ਹਾਂ, ਦੇਖੋ ਜਦੋਂ ਤੁਸੀਂ ਡੇਰਿਆਂ ਦੀ ਗੱਲ ਕੀਤੀ ਹੈ ਤਾਂ ਡੇਰਾ ਸਿਰਸਾ ਦੀ ਗੱਲ ਕਰਦੇ ਹਾਂ, ਦੂਜੇ ਇਸ਼ੂਜ਼ ਦੀ ਗੱਲ ਕਰਦੇ ਹਾਂ ਕਿ ਜਿਸ ਤਰੀਕੇ ਨਾਲ ਸਿੰਘ ਸਾਹਿਬਾਨ ਤੋਂ ਮਾਫੀਨਾਮੇ ਦਵਾਏ ਗਏ, ਬਾਅਦ ਦੇ ਵਿੱਚ ਜਿਹੜਾ ਹੈਗਾ ਮਾਫੀਨਾਮੇ ਰੱਦ ਕੀਤੇ ਗਏ, ਕਿਧਰੇ ਲੱਗਦਾ ਕਿ ਸਿਆਸਤ ਲਈ ਇਹਨਾਂ ਸੰਸਥਾਵਾਂ ਨੂੰ ਇਸਤੇਮਾਲ ਕੀਤਾ ਜਾਂਦਾ ਰਿਹਾ। ਦੇਖੋ ਕਿਸ ਤਰ੍ਹਾਂ ਮਾਫ ਕੀਤਾ, ਕਿਹਨੇ ਕਰਾਇਆ, ਇਹ ਤਾਂ ਉਹਨਾਂ ਦੇ ਅੰਦਰ ਦੀ ਗੱਲ ਹੈ, ਮੈਂ ਉਹਦੇ 'ਚ ਸ਼ਾਮਲ ਨਹੀਂ ਜੀ। ਕਿਉਂਕਿ ਮੈਂ ਕਦੀ ਇੰਟਰਨਲ ਤੌਰ ਤੇ ਕਿਸੇ ਦੇ ਘਰ ਵਿੱਚ ਜਾਂ ਕਿਸੇ ਨੇ ਕੈਬਨਿਟ 'ਚ ਬਹਿ ਕੇ ਫੈਸਲਾ ਨਹੀਂ ਕੀਤਾ। ਮੇਰੀ ਇਹ ਅਖੀਰ ਹੈ ਜੀ। ਕਿਉਂਕਿ ਅਸੀਂ ਜਦੋਂ ਕਿਤੇ ਬਹਿੰਦੇ ਕੋਰ ਕਮੇਟੀ 'ਚ ਬਹਿੰਦੇ ਹਾਂ, ਜਾਂ ਮੇਰੀ ਤਾਂ ਪਾਰਟੀ ਦਾ ਹੁਕਮ ਹੈ, ਮੈਂ ਤਾਂ ਉਹ ਮੰਨੀ ਗਈ ਹਾਂ। ਕਿਸੇ ਪੋਲਿਸੀ ਬਣਾਉਣ ਵਿੱਚ ਮੈਂ ਬਹੁਤ ਘੱਟ ਬੈਠੀ ਹੋਊਂਗੀ, ਕਿਉਂਕਿ ਪੋਲਿਸੀ ਅੰਦਰੋਂ ਹੀ ਬਣ ਕੇ ਆਉਂਦੀ ਸੀ, ਅਸੀਂ ਤੇ ਬਾਹਰ ਡਿਸਕਸ ਕਰਕੇ ਕਰਨੀ ਨਹੀਂ ਕਰਨੀ ਫਿਰ ਕਰਦੇ। ਪਰ ਇਹ ਜਿਹੜਾ ਮਾਫ ਕਰਨ ਵਾਲਾ, ਇਹ ਕਿਸੇ ਨੂੰ ਨਹੀਂ ਪਤਾ ਲੱਗਾ। ਇਹ ਤਾਂ ਸਿਰਫ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਮੱਕੜ ਸਾਹਿਬ ਨੇ ਸਾਨੂੰ ਬੁਲਾਏ, 2011 'ਚ ਨਵੀਂ ਕਮੇਟੀ ਬਣੀ ਸੀ, ਅਜੇ ਆਫੀਸ਼ੀਅਲੀ ਇਹ ਨੋਟੀਫਿਕੇਸ਼ਨ ਨਹੀਂ ਸੀ ਹੋਈ। ਸਾਨੂੰ ਵੈਸੇ ਇਕੱਠਾ ਕੀਤਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੇ ਪੰਜ ਪ੍ਰਧਾਨੀ ਪ੍ਰਣਾਲੀ ਅਨੁਸਾਰ ਬੈਠ ਕੇ ਰਾਮ ਰਹੀਮ ਨੂੰ ਮਾਫ ਕੀਤਾ। ਅਸੀਂ ਕਿਹਾ ਵੀ ਤਖ਼ਤ ਦਾ ਹੁਕਮ ਆ ਗਿਆ, ਅਸੀਂ ਕਿਹਾ ਠੀਕ ਹੈ ਜੀ। ਇਹਨਾਂ ਨੇ ਮੱਕੜ ਸਾਹਿਬ ਨੇ ਇਸ਼ਤਿਹਾਰ ਵੀ ਲਾਏ, ਚਰਚਾ ਹੋ ਗਈ, ਮੈਂਬਰਾਂ 'ਚ ਵੀ ਕੁਸਰ ਮਸਰ ਸ਼ੁਰੂ ਹੋ ਗਈ। ਅਸੀਂ ਵੀ ਮਹਿਸੂਸ ਕੀਤਾ ਵੀ ਗਲਤ ਕੀਤਾ। ਫਿਰ ਇਹਨਾਂ ਨੂੰ ਸਿੰਘ ਸਾਹਿਬਾਨਾਂ ਤੱਕ ਗੱਲ ਗਈ ਕਿ ਸਾਰੇ ਕਹਿੰਦੇ ਗਲਤ ਹੈ। ਉਹ ਵੱਖਰੀ ਗੱਲ ਹੈ ਕਿ ਮਤਾ ਤੇ ਪਾ ਹੀ ਦਿੰਦੇ ਜੀ, ਜਦੋਂ ਸਾਡਾ ਹਾਊਸ ਹੀ ਨਹੀਂ ਸੀ, ਅਸੀਂ ਤੇ ਹਾਊਸ ਹੀ ਨਹੀਂ ਸੀ, ਮੈਂਬਰ ਹੀ ਨਹੀਂ ਸੀ, ਇਕੱਠੇ ਜ਼ਰੂਰ ਕਰ ਲਏ ਸੀ। ਤੇ ਉਹ ਫਿਰ ਇਹਨਾਂ ਨੇ ਕਿਹਾ ਕਿ ਇਸ਼ਤਿਹਾਰ ਦਿੱਤੇ, ਫਿਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੂੰ ਵਾਪਸ ਉਹ ਲੈਣਾ ਪਿਆ। ਇਹਦਾ ਮਤਲਬ ਸਾਡਾ ਪ੍ਰੈਸ਼ਰ ਸੀ, ਮੈਂਬਰ ਨਹੀਂ ਮੰਨਦੇ ਸੀ ਵਿੱਚੋਂ, ਤਾਂ ਹੀ ਵਾਪਸ ਲਿਆ। ਕੌਮ 'ਚ ਵੀ ਚਰਚਾ ਹੋਈ ਤਾਂ ਵਾਪਸ ਲਿਆ। ਬੀਬਾ ਜੀ ਆਪਣੀ ਗੱਲ ਮੁਕੰਮਲ ਨਹੀਂ ਹੋਏਗੀ ਜੇ ਮੈਂ ਸਵਾਲ ਤੁਹਾਡੇ ਤੋਂ ਨਾ ਕਰਾਂ। ਉਹ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ। ਦੇਖੋ ਦੁਨੀਆ ਭਰ 'ਚ ਬੈਠੇ ਪੰਜਾਬੀ ਤੁਹਾਨੂੰ ਦੇਖ ਰਹੇ ਹੈ, ਸੁਣ ਰਹੇ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਅਕਾਲੀ ਦਲ ਦੇ ਉੱਤੇ ਵੱਡੇ ਸਵਾਲ ਉੱਠੇ। ਕਿਹਾ ਇਹ ਜਾਂਦਾ ਹੈ ਕਿ ਹਾਸ਼ੀਏ ਤੇ ਜਾਣ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਇਹਨਾਂ ਨੇ ਆਪਣੇ ਸਮਿਆਂ 'ਚ ਐਡਾ ਵੱਡਾ ਜਿਹੜਾ ਅਨਿਆਂ ਕੋ ਕਰਮ ਹੋਇਆ ਉਹਦੇ ਲਈ ਇਨਸਾਫ ਨਹੀਂ ਦਵਾਇਆ। ਵੱਡਾ ਕਾਰਨ ਦੋ ਸੰਗਤਾਂ ਨੇ ਕਿਹਾ। ਪੰਥ ਦੀ ਸਰਕਾਰ ਸੀ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਲੋਕਾਂ ਨੂੰ ਗੁੱਸਾ ਇਸ ਕਰਕੇ, ਰੋਸ ਇਸ ਕਰਕੇ ਕਿ ਡਿਲੇ ਹੋਇਆ, ਛੇਤੀ ਨਹੀਂ ਕੰਮ ਹੋਇਆ, ਭਾਵੇਂ ਚੋਣ ਆ ਗਈ ਸੀ। ਕੁਝ ਜਥੇਬੰਦੀਆਂ ਨੇ ਧਰਨਾ ਲਾ ਕੇ ਕਹਿਤਾ ਕਿ CBI ਨੂੰ ਦਿੱਤਾ ਜਾਵੇ, ਉਹ CBI ਨੂੰ ਚਲਾ ਗਿਆ, ਨਹੀਂ ਸੀ ਛੇਤੀ ਫੈਸਲਾ ਹੋ ਸਕਦਾ। ਪਰ ਜਦੋਂ ਪਹਿਲਾਂ ਪੱਤਰੇ ਕਿਤੇ ਖਿਲਰੇ ਸੀ, ਵੰਗਾਰ ਆਈ ਸੀ, ਉਹਨੂੰ ਨੱਥ ਨਹੀਂ ਪਾਈ ਗਈ, ਉਹ ਵੀ ਲੋਕਾਂ 'ਚ ਰੋਸ ਹੈ, ਗੁੱਸਾ ਹੈ। ਇਹ ਸਾਰਾ ਗੁੱਸਾ ਇੰਨਾ ਕੁ ਭਾਂਬੜ ਬਣ ਗਿਆ ਕਿ ਪੰਜਾਬ ਵਾਸੀਆਂ ਨੇ, ਵਰਲਡ 'ਚ ਵਸਦੇ ਪੰਜਾਬੀਆਂ ਨੇ ਆਵਾਜ਼ ਹੀ ਇੰਨੀ ਬੁਲੰਦ ਕਰ ਦਿੱਤੀ ਕਿ ਬਾਕੀ ਸਿਆਸੀ ਪਾਰਟੀਆਂ ਨੂੰ ਗੁੰਮਰਾਹ ਕਰਨ ਪ੍ਰਚਾਰ ਕਰਨ ਦਾ ਮੌਕਾ ਮਿਲ ਗਿਆ।
ਭਾਵੇਂ ਪੱਲੇ ਉਹਨਾਂ ਦੇ ਵੀ ਕੁਝ ਨਹੀਂ ਪਿਆ, ਉਹਨਾਂ ਨੇ ਵੀ ਝੂਠੇ ਪ੍ਰਚਾਰ ਕੀਤੇ, ਉਹਨਾਂ ਨੇ ਵੀ ਨਾ ਦੋਸ਼ੀ ਲੱਭੇ ਨਾ ਸਜ਼ਾਵਾਂ ਦਿੱਤੀਆਂ। ਇਹ ਸਭ ਗੁੰਮਰਾਹਕੁਨ ਪ੍ਰਚਾਰ ਹੀ ਹੋਇਆ। ਸਹੁੰ ਵੀ ਖਾਧੀਆਂ, ਪ੍ਰਚਾਰ ਵੀ ਕੀਤਾ, ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਹੋ ਗਿਆ, ਪਰ ਪੱਲੇ ਕਿਸੇ ਦੇ ਵੀ ਕੁਝ ਨਹੀਂ ਪਿਆ। ਤੇ ਮੈਂ ਸਮਝਦੀ ਹਾਂ ਕਿ ਪੰਥ ਵਾਲੇ ਸਿੱਖ ਕੌਮ ਸਾਡੇ ਤੇ ਰੋਸ ਕਰਦੇ ਹੈ, ਉਹਨਾਂ ਦਾ ਰੋਸ ਸਹੀ ਹੈ, ਸਿਰ ਮੱਥੇ ਤੇ। ਮੈਂ ਅੱਗੇ ਵੀ ਕਈ ਵਾਰੀ ਕਿਹਾ। ਇਸ ਕਰਕੇ ਵੀ ਮੈਂ ਇਹ ਸਵਾਲ ਲੈ ਰਿਹਾ ਕਿਉਂਕਿ ਦੇਖੋ ਤੁਸੀਂ ਉਸ ਅਕਾਲੀ ਲੀਡਰਸ਼ਿਪ ਦਾ ਆਪ ਇੱਕ ਹਿੱਸਾ ਰਹੇ ਹੋ ਜਿਸ ਦੇ ਸਮੇਂ 'ਚ ਇਹ ਹੋਇਆ, ਇਸ ਕਰਕੇ ਸਵਾਲ ਉੱਠਣਾ ਇਹ ਸੁਭਾਵਿਕ ਹੈ। ਮੈਂ ਉਦੋਂ ਕੋਈ ਮੰਤਰੀ ਨਹੀਂ ਸੀ, ਕੋਈ ਐਮਐਲਏ ਨਹੀਂ ਸੀ ਜਦੋਂ ਦਾ ਇਹ ਕਾਰਜ, ਪਰ ਕਿਉਂਕਿ ਸ਼੍ਰੋਮਣੀ ਅਕਾਲੀ ਅੰਦਰ, ਮੈਂ ਤੁਹਾਨੂੰ ਕਿਹਾ ਕਿ ਮੈਨੂੰ ਨਹੀਂ ਪਤਾ ਪੂਰੀ ਗੱਲ ਦਾ। ਜਿਹੜੀ ਗੱਲ ਦਾ ਪਤਾ ਨਾ ਹੋਵੇ, ਕਿਉਂਕਿ ਸਰਕਾਰ ਜਿਹੜਾ ਚਲਾਉਂਦਾ ਹੋਵੇ ਉਹਨੂੰ ਪਤਾ ਹੁੰਦਾ ਹੈ ਕਿ ਉਹਨੇ ਕਿਸ ਦਾ ਕੰਮ ਕਰਨਾ, ਕਿੱਦਾਂ ਸਰਕਾਰੀ ਤੌਰ 'ਤੇ ਉਹਨਾਂ ਨੇ ਸਾਰੇ ਫੰਕਸ਼ਨਿੰਗ ਕਰਨੀ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਜੀ, ਇਹ ਦੇਖਣ ਵਾਲੀਆਂ ਕਿ ਆਪਾਂ ਜਾਣਾ ਕਿੱਧਰ ਨੂੰ ਹੈ। ਖੈਰ, ਸੰਗਤਾਂ ਦਾ ਰੋਸਾ, ਸੰਗਤਾਂ ਦਾ ਗੁੱਸਾ, ਮੈਂ ਕਈ ਵਾਰੀ ਕਿਹਾ ਕਿ ਹੁਣ ਪੰਥ ਦੀ ਆਪ ਬਾਗਡੋਰ ਸੰਭਾਲੋ, ਖਾਲਸਾ ਪੰਥ ਨੂੰ ਚੜ੍ਹਦੀ ਕਲਾ 'ਚ ਲਿਜਾਓ। ਸਾਡੀਆਂ ਸਿੱਖ ਸੰਸਥਾਵਾਂ ਨੇ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਦੀ ਮਾਣ ਮਰਿਆਦਾ ਸਤਿਕਾਰ ਬਹਾਲ ਕਰਾਓ। ਤੁਸੀਂ ਸਾਰੇ ਤਕੜੇ ਹੋ ਕੇ ਜੋ ਹੁਕਮ ਉੱਥੇ ਹੁੰਦੇ ਆ ਮੰਨਣਾ, ਆਪਾਂ ਮੰਨੀਏ ਵੀ, ਸਤਿਕਾਰ ਵੀ ਕਰੀਏ। ਐਵੇਂ ਬਿਨਾਂ ਵਜ੍ਹਾ ਤੋਂ ਸਿਆਸੀ ਤੌਰ ਦੇ ਉੱਤੇ ਲੀਡਰਾਂ ਪਿੱਛੇ ਲੱਗ ਕੇ ਉਹਨਾਂ ਦੇ ਖਿਲਾਫ ਨਾ ਬੋਲੀਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੀ ਸੰਸਥਾ ਹੈ। ਮੈਂ ਤੁਹਾਡੇ ਨਾਲ ਵਚਨਬੱਧਤਾ ਕਰਦੀ ਹਾਂ ਕਿ ਮੈਂ ਕੋਈ ਐਸਾ ਉੱਥੇ ਕੰਮ ਨਹੀਂ ਹੋਣ ਦਿਆਂਗੀ। ਜੇ ਮੈਨੂੰ ਸੇਵਾ ਮਿਲੀ, ਜੇ ਤੁਹਾਡੀ ਦਾਸਰੀ ਉੱਥੇ ਸੇਵਾਦਾਰ ਬੈਠੀ, ਕੋਈ ਕੰਮ ਨਹੀਂ ਐਸਾ ਕਰਨ ਦਿਆਂਗੀ ਜਿਹੜਾ ਕਿ ਤੁਹਾਡੀ ਭਾਵਨਾ ਨੂੰ ਠੇਸ ਪਹੁੰਚਾਵੇ, ਭਾਵਨਾ ਨੂੰ ਤਕਲੀਫ ਦੇਵੇ, ਗੁਰਮਤ ਤੋਂ ਬਾਹਰ ਹੋਵੇ, ਮਰਿਆਦਾ ਦਾ ਕਾਨ ਹੋਵੇ। ਮੈਂ ਕਦੀ ਉਹੋ ਜਿਹੇ ਕੰਮ ਨਹੀਂ ਕਰੂੰਗੀ। ਕਿਰਪਾ ਕਰਕੇ ਪਿਛਲੀਆਂ ਜਿਹੜੀਆਂ ਗਲਤੀਆਂ ਪੰਥ ਵਿੱਚ ਹੋਈਆਂ ਹੋਣਗੀਆਂ, ਉਹ ਸਾਰੀਆਂ ਤੁਸੀਂ ਇੱਕ ਪਾਸੇ ਰੱਖ ਕੇ ਆਉਣ ਵਾਲੇ ਸਮੇਂ 'ਚ ਇਹਦੇ ਸੁਧਾਰ ਕਰਨ ਵਾਸਤੇ ਜ਼ਰੂਰ ਸੇਵਾ ਦਾ ਮੌਕਾ ਦੇਣਗੇ। ਮੈਂਬਰ ਸਾਹਿਬਾਨਾਂ ਨੂੰ ਮੇਰੀ ਬੇਨਤੀ ਹੈ ਕਿ ਸਾਰੇ ਮੈਂਬਰ ਸਾਹਿਬਾਨ, ਤੁਸੀਂ ਬੜੇ ਨਿਸ਼ਕਾਮ ਹੋ, ਤੁਸੀਂ ਬੜੇ ਨਿਰਲੇਪ ਰਹਿੰਦੇ ਹੋ, ਔਰ ਤੁਹਾਡੇ ਮਨ 'ਚ ਕੋਈ ਕਿਸੇ ਕਿਸਮ ਦੇ ਲਾਲਚ ਨਹੀਂ ਹੁੰਦੇ। ਜੇ ਲਾਲਚ ਹੁੰਦੇ ਤਾਂ ਤੁਸੀਂ ਮੈਂਬਰ ਨਾ ਬਣਦੇ, ਕਿਉਂਕਿ ਤੁਸੀਂ ਗੁਰੂ ਦੇ ਭੋਗ ਵਿੱਚੋਂ, ਭੈ ਵਿੱਚੋਂ ਤੁਸੀਂ ਹਮੇਸ਼ਾ ਉੱਥੇ ਨਿਸ਼ਕਾਮ ਸੇਵਾ ਕੀਤੀ ਹੈ। ਕਿਸੇ ਦੇ ਡਰਾਵੇ ਥੱਲੇ ਨਹੀਂ ਆਉਂਦੇ, ਕਿਸੇ ਦੇ ਬਹਿਕਾਵੇ ਵਿੱਚ ਨਹੀਂ ਆਉਂਦੇ, ਕਿਸੇ ਦੇ ਪ੍ਰੈਸ਼ਰ ਥੱਲੇ ਨਹੀਂ ਆਉਂਦੇ। ਹੱਥ ਜੋੜ ਕੇ ਬੇਨਤੀ ਹੈ, ਹੁਣ ਵੀ ਤੁਹਾਡੇ ਹੱਥ ਵਿੱਚ ਬੜੀ ਵੱਡੀ ਸ਼ਕਤੀ ਹੈ। ਤੁਹਾਨੂੰ ਬਹੁਤ ਡਰਾਇਆ ਜਾ ਰਿਹਾ, ਧਮਕਾਇਆ ਜਾ ਰਿਹਾ, ਔਰ ਇਹ ਵੀ ਕਿਹਾ ਜਾ ਰਿਹਾ, ਹਰ ਮੈਂਬਰ ਦੇ ਕੰਨ ਵਿੱਚ ਕਿਹਾ ਜਾਂਦਾ, ਤੈਨੂੰ ਐਗਜ਼ੈਕਟਿਵ ਦੇਵਾਂਗੇ, ਤੈਨੂੰ ਮੀਤ ਪ੍ਰਧਾਨ ਬਣਾਵਾਂਗੇ, ਤੈਨੂੰ ਸੀਨੀਅਰ ਮੀਤ ਪ੍ਰਧਾਨ ਬਣਾਵਾਂਗੇ। ਬਣਨਾ ਇੱਕ ਹੈ, ਬਣਨਾ ਇੱਕ ਹੈ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਇਹਨਾਂ ਚੀਜ਼ਾਂ ਦੇ ਫਿਰ ਬਹਿਕਾਵਿਆਂ 'ਚ ਨਹੀਂ ਹੋਣਾ। ਮੈਨੂੰ ਤੁਹਾਡੇ ਤੋਂ ਆਸ ਹੈ ਕਿ ਤੁਸੀਂ ਆਪਣੀ ਜ਼ਮੀਰ ਦੀ ਆਵਾਜ਼ 'ਤੇ ਵੋਟ ਪਾਓਗੇ। ਇੰਨੇ ਸਮੇਂ ਤੋਂ ਜੋ ਪ੍ਰਚਾਰ ਕਰਦੇ ਆ ਰਹੇ ਹੋ, ਮੇਰੇ ਕੰਨ 'ਚ ਵੀ ਕਹਿੰਦੇ ਸੀ, ਬੈਠ ਕੇ ਵੀ ਗੱਲਾਂ ਕਰਦੇ ਸੀ, ਅੱਜ ਵੀ ਤੁਸੀਂ ਮੈਨੂੰ ਸਲਾਹ ਦਿੱਤੀ, ਤੁਰੋ, ਤੁਹਾਡੇ ਨਾਲ ਹੈ। ਮੈਨੂੰ ਆਸ ਹੀ ਨਹੀਂ, ਵਿਸ਼ਵਾਸ ਹੈ ਕਿ ਤੁਸੀਂ ਇੱਕ ਵੋਟ ਪੰਥ ਦੀ ਚੜ੍ਹਦੀ ਕਲਾ ਵਾਸਤੇ, ਖਾਲਸਾ ਪੰਥ ਦੀ ਇੱਕ ਸੇਵਾਦਾਰ ਹੋਣ ਨਾਤੇ ਤੁਸੀਂ ਪਾਓਗੇ। ਕੋਈ ਐਸੀ ਸਿਆਸੀ ਤੌਰ ਦੇ ਉੱਤੇ ਕਿਸੇ ਦਬਾਅ 'ਤੇ ਨਹੀਂ ਆਓਗੇ। ਬਹੁਤ ਧੰਨਵਾਦ ਜੀ। ਬਹੁਤ ਮਿਹਰਬਾਨੀ ਬੀਬਾ ਜੀ, ਜਿਸ ਮਾਮਲੇ ਤੇ ਤੁਸੀਂ ਸਾਡੇ ਲਈ ਆਪਣੀ ਚੋਣ ਮੁਹਿੰਮ 'ਚੋਂ ਇੰਨਾ ਸਮਾਂ ਕੱਢਿਆ, ਮੈਂ ਆਪਣੇ ਦਰਸ਼ਕਾਂ ਵੱਲੋਂ, ਆਪਣੀ ਟੀਮ ਵੱਲੋਂ ਤੁਹਾਡਾ ਧੰਨਵਾਦੀ ਹਾਂ। ਇਹ ਸਨ ਬੀਬੀ ਜਗੀਰ ਕੌਰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 9 ਨਵੰਬਰ ਨੂੰ ਜਨ ਹਾਊਸ ਹੋਣ ਜਾ ਰਿਹਾ। ਸਿੱਧੇ ਤੌਰ ਤੇ ਧਾਮੀ ਤੇ ਬੀਬੀ ਜਗੀਰ ਕੌਰ ਆਮਣੋ ਸਾਹਮਣੇ ਮੁਕਾਬਲਾ ਹੈ। ਬੀਬੀ ਜਗੀਰ ਕੌਰ ਨੇ ਪੁਰਾਣੀਆਂ ਜਿਹੜੀਆਂ ਰਵਾਇਤਾਂ ਉਹਨਾਂ ਨੂੰ ਦਿੱਤੀ ਹੈ ਚੁਣੌਤੀ। ਖਾਸ ਤੌਰ ਤੇ ਜਦੋਂ ਲਿਫਾਫਾ ਕਲਚਰ ਦੀ ਗੱਲ ਕਰਦੇ ਹਾਂ, ਉਹ ਕਹਿੰਦੇ ਕਿਉਂ ਨਾ ਮੌਕਾ ਦਿੱਤਾ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨ ਹਾਊਸ ਦੇ ਮੈਂਬਰਾਂ ਨੂੰ ਆਪਣੀ ਪਸੰਦ ਦਾ, ਆਪਣੀ ਮਰਜ਼ੀ ਦਾ ਪ੍ਰਧਾਨ ਤੇ ਦੂਜੇ ਅਹੁਦੇਦਾਰਾਂ ਦੀ ਚੋਣ ਦੇ ਲਈ। ਖੈਰ, ਇਹ ਆਉਣ ਵਾਲਾ ਸਮਾਂ ਦੱਸੇਗਾ ਕੌਣ ਕਿਸ ਦੀ ਅਪੀਲ ਜਾਂ ਕਿਸ ਦੇ ਹੁੰਗਾਰੇ ਨੂੰ ਭਰਮਾ ਹੁੰਗਾਰਾ ਦਿੱਤਾ ਹੈ। ਪਰ ਇਹ ਸਾਰੇ ਮਾਮਲਿਆਂ 'ਤੇ ਜਿੱਦਾਂ ਖੁੱਲ੍ਹ ਕੇ ਤੇ ਬੇਬਾਕ ਹੋ ਕੇ ਗੱਲ ਕੀਤੀ ਹੈ ਪੰਥ ਦੀ, ਪੰਜਾਬ ਦੀ, ਅਕਾਲੀ ਲੀਡਰਸ਼ਿਪ ਦੀ, ਅਸੀਂ ਧੰਨਵਾਦੀ ਹਾਂ ਬੀਬੀ ਜਗੀਰ ਕੌਰ ਦੇ। ਤੇ ਇਸ ਦੇ ਨਾਲ ਹੀ ਆਪਾਂ ਤੁਹਾਡੇ ਕੋਲੋਂ ਵੀ ਲੈ ਰਹੇ ਹਾਂ ਇਜਾਜ਼ਤ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।